ਪ੍ਰਤ ਹੋਤ ਹੈ। ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਹ ਇੱਕ ਪੰਡਿਤ ਰਹਿਤ ਸੁਜਾਨਾ, ਸਭ ਵਿਦਿਆ ਮੈਂ ਨਿਪੁੰਨ ਨਿਧਾਨਾ। ਸ਼੍ਰੀ ਨਾਨਕ ਮਹਿਮਾ ਤਿਨ ਸੁਣੀ, ਦਰਸ਼ਨ ਕਰੂੰ ਹਿਰਦੈ ਅਸ ਗੁਣੀ। ਤਹ ਇੱਕ ਪੰਡਿਤ ਰਹਿਤ ਸੁਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਜੂਰੇ ਅਨਵਰ ਸ਼ਹਿਨਸ਼ਾਹੀ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਆਪ ਜੀ ਨੇ ਕੱਲ ਪ੍ਰਸੰਗ ਸਰਵਣ ਕੀਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਇੱਕ ਨਗਰ ਦੇ ਬਾਹਰ ਜਾ ਕੇ ਬੈਠੇ ਨੇ। ਕਸ਼ਮੀਰ ਦੇ ਇਲਾਕੇ ਦੇ ਵਿੱਚ ਇਹ ਅਸਥਾਨ ਹੈ, ਜਿੱਥੇ ਸਤਿਗੁਰੂ ਜੀ ਦਾ ਸੁੰਦਰ ਅਸਥਾਨ ਵੀ ਅੱਜ ਦੇ ਸਮੇਂ ਬਹੁਤ ਸੁੰਦਰ ਬਣਿਆ ਹੋਇਆ। ਸੰਗਤਾਂ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਦੀਆਂ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਰੁੱਖ ਦੇ ਥੱਲੇ ਪਹਾੜੀ ਦੇ ਕੋਲ ਬਾਹਰ ਜਾ ਕੇ ਬੈਠੇ। ਅਜਾਲੀ ਆਇਆ, ਉਹਨੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੂੰ ਕਠੋਰ ਬਚਨ ਕਹੇ। ਤੋ ਸਤਿਗੁਰੂ ਜੀ ਨੇ ਕਿਹਾ ਕਿ ਜਾ ਤੂੰ ਆਪਣੇ ਦੁੰਬੇ ਸੰਭਾਲ। ਤੋ ਸਤਿਗੁਰੂ ਜੀ ਦੇ ਐਸੇ ਬਚਨ ਕਹਿਣ ਤੋਂ ਜਦੋਂ ਗਿਆ, ਉਹ ਸਾਰੇ ਹੀ ਦੁੰਬੇ ਮਰ ਗਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਦੁਬਾਰਾ ਆਇਆ, ਬੇਨਤੀ ਕੀਤੀ ਕਿ ਮੈਂ ਆਪ ਜੀ ਨੂੰ ਕਠੋਰ ਬਚਨ ਕਹੇ। ਆਪ ਜੀ ਦੇ ਬਚਨਾਂ ਦੇ ਨਾਲ ਮੇਰੇ ਦੁੰਬੇ ਭਾਵ ਕੇ ਜੋ ਭੇਡਾਂ ਜੈਸੇ ਹੁੰਦੇ ਨੇ ਉਹ ਮਰ ਗਏ ਨੇ। ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਜਦੋਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਪਾਸ ਤਰਲਾ ਲਿਆ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਵਾਹਿਗੁਰੂ ਕਹਿ ਕੇ ਜਿਉਂਦੇ ਕਰ ਲੈ। ਇਸੇ ਹੀ ਤਰ੍ਹਾਂ ਹੋਇਆ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ ਤੇ ਦੁੰਬੇ ਉਹਦੇ ਜਿਉਂਦੇ ਹੋ ਗਏ। ਨਗਰ ਦੇ ਲੋਕਾਂ ਨੂੰ ਉਹਨੇ ਦੱਸਿਆ ਤੇ ਸਾਰੇ ਹੀ ਨਗਰ ਦੇ ਲੋਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਉਣ ਲੱਗੇ। ਤੋ ਹੋਰ ਵੀ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਸਨ। ਆਓ ਜਿਵੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੋਂ ਦੇ ਰਹਿਣ ਵਾਲੇ ਪੰਡਿਤ ਨੂੰ ਤਾਰ ਰਹੇ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਤਹ ਇੱਕ ਪੰਡਿਤ ਰਹਿਤ ਸੁਜਾਨਾ। ਕਵੀ ਜੀ ਕਹਿੰਦੇ ਨੇ ਕਿ ਉੱਥੇ ਹੀ ਕਸ਼ਮੀਰ ਦੇ ਵਿੱਚ ਹੀ ਇੱਕ ਬੜਾ ਸੁਜਾਨ ਸਿਆਣਾ ਪੜ੍ਹਿਆ ਹੋਇਆ ਪੰਡਿਤ ਰਹਿੰਦਾ ਸੀ। ਸਭ ਵਿਦਿਆ ਮੈਂ ਨਿਪੁੰਨ ਨਿਧਾਨਾ। ਸਾਰੀਆਂ ਵਿਦਿਆਵਾਂ ਦੇ ਵਿੱਚ ਹਰੇਕ ਪ੍ਰਕਾਰ ਦੀ ਵਿਦਿਆ ਦੇ ਵਿੱਚ ਨਿਪੁੰਨ ਸੀ ਤੇ ਬਹੁਤਾ ਜ਼ਿਆਦਾ ਪੜ੍ਹਿਆ ਹੋਇਆ ਸੀ ਉਹ ਪੰਡਿਤ। ਸ਼੍ਰੀ ਨਾਨਕ ਮਹਿਮਾ ਤਿਨ ਸੁਣੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਉਹ ਪੰਡਿਤ ਨੇ ਸਰਵਣ ਕੀਤੀ ਹੈ। ਦਰਸ਼ਨ ਕਰੂੰ ਹਿਰਦੈ ਅਸ ਗੁਣੀ। ਹਿਰਦੇ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਂ। ਇਹ ਵਿਚਾਰਾਂ ਦੀਆਂ ਗਿਣਤੀਆਂ ਗਿਣਨ ਲੱਗਾ ਹੈ। ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਕਲਪ ਕੀਤਾ। ਪੁਸਤਕ ਲਦੇ ਉਸ਼ਟ ਜਿਨ ਦੋ। ਜਿਸ ਪੰਡਿਤ ਨੇ 2 ਊਠ ਪੁਸਤਕਾਂ ਦੇ ਲੱਦੇ ਹੋਏ ਸਨ ਆਪਣੇ ਨਾਲ। ਗਮਨਤ ਸੰਗ ਰਹਿਤ ਹੈ ਸੋ। ਜਿਹੜੇ ਉਹ ਊਠ ਨੇ ਨਾ ਉਹ ਉਹਦੇ ਨਾਲ ਰਹਿੰਦੇ ਨੇ। ਜਦੋਂ ਪੰਡਿਤ ਚੱਲਦਾ ਹੈ ਨਾ ਹੋਰ ਕਿਤੇ ਦੇਸ਼ ਪ੍ਰਦੇਸ਼ ਦੇ ਵਿੱਚ ਥਾਂ ਪ੍ਰਥਾ ਜਾਂਦਾ ਹੈ ਤੇ ਉਹ ਊਠ ਲੱਦੇ ਹੋਏ ਪੁਸਤਕਾਂ ਦੇ ਉਹਦੇ ਨਾਲ ਹੀ ਜਾਂਦੇ ਨੇ। ਸਾਲ ਗ੍ਰਾਮ ਗਲੇ ਮਹਿ ਪਾਵਾ। ਸਾਲ ਗ੍ਰਾਮ ਇੱਕ ਜਿਹੜਾ ਚੰਗੀ ਕਿਸਮ ਦਾ ਪੱਥਰ ਹੈ ਨਾ ਉਹਨੂੰ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਹੈ। ਅੰਡੇ ਜੈਸੇ ਆਕਾਰ ਵਾਲਾ ਜਿਹੜਾ ਲੰਮਾ ਜਿਹਾ ਪੱਥਰ ਹੁੰਦਾ ਹੈ ਨਾ
ਉਹਦੇ ਵਿੱਚ ਧਾਰੀ ਜੀ ਹੁੰਦੀ ਹੈ ਤੇ ਉਹਨੂੰ ਸਾਲਗ੍ਰਾਮ ਕਹਿੰਦੇ ਨੇ। ਕਹਿੰਦੇ ਉਹ ਜਿਹੜਾ ਪੱਥਰ ਹੈ ਨਾ, ਉਹ ਪੰਡਿਤ ਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ। ਤਨ ਮਹਿ ਦੁਆਦਸ਼ ਤਿਲਕ ਲਗਾਵਾ, ਆਪਣੇ ਤਨ ਦੇ ਉੱਤੇ 12 ਤਿਲਕ ਲਾਏ ਹੋਏ ਨੇ ਉਹ ਪੰਡਿਤ ਨੇ। ਜਹ ਬੈਠੇ ਬੇਦੀ ਕੁਲ ਦੀਪਾ, ਜਿਸ ਥਾਂ ਤੇ ਬੇਦੀ ਕੁਲ ਦੇ ਪ੍ਰਕਾਸ਼ਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ। ਸੋ ਪੰਡਿਤ ਚਲ ਆਏ ਸਮੀਪਾ, ਉਹ ਜੋ ਪੰਡਿਤ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਚੱਲ ਕੇ ਆ ਗਿਆ। ਬੈਠਿਓ ਰਾਮ ਰਾਮ ਕੋ ਕਰ ਕੈ, ਰਾਮ ਰਾਮ ਕਰਕੇ ਉਹ ਪੰਡਿਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਬੈਠ ਗਿਆ। ਵਿਦਿਆ ਗਰਭ ਰਹਿਓ ਉਰ ਭਰ ਕੈ, ਹਿਰਦੇ ਦੇ ਵਿੱਚ ਵਿਦਿਆ ਪੜ੍ਹਨ ਦਾ, ਪੜ੍ਹੀ ਹੋਈ ਵਿਦਿਆ ਦਾ ਬਹੁਤ ਜ਼ਿਆਦਾ ਹੰਕਾਰ ਹੈ। ਬੋਲਿਓ ਬਹੁਰੋ ਬਚਨ ਦੁਰਾਸਾ, ਤੋ ਖੋਟਾ ਬਚਨ ਬੋਲਿਆ ਹੈ। ਫਿਰ ਦੁਬਾਰਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੋ ਬਚਨ ਬੋਲਿਆ, ਕਹਿਣ ਲੱਗਾ ਪੰਡਿਤ ਸੰਤ ਹੋਏ ਕਿਉਂ ਖਾਵਤ ਮਾਸਾ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਿਬਾਸ ਨੂੰ ਦੇਖ ਕੇ ਕਹਿਣ ਲੱਗਾ ਕਿ ਤੁਸੀਂ ਸੰਤ ਹੋ ਕੇ ਮਾਸ ਕਿਉਂ ਖਾਂਦੇ ਹੋ? ਕਿਉਂ ਤਨ ਉਪਰ ਚਰਮੰ ਲੀਨਾ, ਕਿਉਂ ਤੁਸੀਂ ਆਪਣੇ ਤਨ ਦੇ ਉੱਤੇ ਚਮੜਾ ਲਿਆ ਹੋਇਆ, ਚਮੜੇ ਦੇ ਨਾਲ ਸਰੀਰ ਨੂੰ ਢੱਕਿਆ ਹੋਇਆ ਹੈ। ਇਹ ਤੁਮ ਕਰਮ ਵਿਪਰਜੈ ਕੀਨਾ, ਸਤਿਗੁਰੂ ਜੀ ਨੂੰ ਉਹ ਪੰਡਿਤ ਕਹਿਣ ਲੱਗਾ ਕਿ ਹੇ ਸੰਤ ਜੀ, ਇਹ ਜਿਹੜਾ ਕਰਮ ਹੈ ਨਾ, ਤੁਸੀਂ ਇਹ ਉਲਟਾ ਕਰਮ ਕੀਤਾ, ਇਹ ਵਿਪਰਜੈ ਕਰਮ ਕੀਤਾ ਹੈ। ਜੋ ਜਿਹੜੀ ਮਰਿਆਦਾ ਹੈ ਨਾ, ਉਹਦੇ ਤੋਂ ਉਲਟ ਕਰਮ ਕੀਤਾ ਹੈ ਆਪ ਜੀ ਨੇ। ਗੁਰ ਉਪਰ ਤਬ ਥੀ ਪਸ਼ਤੀਨੰ, ਜੋ ਕਵੀ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਪਰ ਉਸ ਸਮੇਂ ਪੁਸ਼ਤੀਨ ਪਹਿਨੀ ਹੋਈ ਸੀ, ਭਾਵ ਕਿ ਐਸੀ ਪੁਸ਼ਾਕ ਪਹਿਨੀ ਹੋਈ ਸੀ ਸਤਿਗੁਰੂ ਜੀ ਨੇ। ਸੁਨ ਪੰਡਿਤ ਕੇ ਬਚਨ ਪ੍ਰਬੀਨੰ, ਤੋ ਪ੍ਰਵੀਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਪੰਡਿਤ ਦੇ ਬਚਨ ਸੁਣ ਕੇ ਸਿੱਖਿਆ ਦੇਨ ਹੇਤ ਤਿਹ ਸੰਗਾ, ਉਹ ਪੰਡਿਤ ਨੂੰ ਸਿੱਖਿਆ ਦੇਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤੇ। ਉਚਰਿਓ ਸ਼ਬਦ ਸੁਪ੍ਰੇਮ ਉਮੰਗਾ, ਪ੍ਰੇਮ ਦੇ ਵਿੱਚ ਉਤਸ਼ਾਹ ਦੇ ਸਹਿਤ ਹੋ ਕੇ, ਪ੍ਰੇਮ ਦੇ ਵਿੱਚ ਭਿੱਜ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਇਮਾਨ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕੀਤੇ। ਸ਼੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ, ਸ਼੍ਰੀ ਸ਼੍ਰੋਮਣੀ ਮੁਖ ਤੋਂ, ਭਾਵ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ਼ਲੋਕ ਸਵੈਲੋਕ ਦੀ ਪ੍ਰਾਪਤੀ ਕਰਾਉਣ ਵਾਲਾ। ਮਹੱਲਾ ਪਹਿਲਾ, ਮਹੱਲੇ ਤੋਂ ਭਾਵ ਹੈ ਪਾਤਸ਼ਾਹ, ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਆਸਾ ਜੀ ਦੀ ਵਾਰ ਦੇ ਵਿੱਚ ਆਉਂਦਾ ਹੈ। ਆਓ ਜੀ ਪ੍ਰੇਮ ਦੇ ਸਹਿਤ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਪੜ ਪੜ ਗੱਡੀ ਲੱਦੀ ਹੈ, ਸਤਿਗੁਰੂ ਜੀ ਨੇ ਬਚਨ ਕੀਤੇ ਕਿ ਪੰਡਿਤ ਜੀ, ਵੇਦ ਪੁਰਾਣ ਤੁਸੀਂ ਬੜੇ ਪੜ੍ਹੇ ਹੋਏ ਨੇ, ਧਾਰਮਿਕ ਗ੍ਰੰਥ ਪੜ੍ਹੇ ਹੋਏ ਨੇ, ਇਹਨਾਂ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਭਾਵੇਂ ਗੱਡੀ ਲੱਦ ਲਈਏ, ਭਾਵੇਂ ਗੱਡੀਆਂ ਲੱਦ ਲਈਏ। ਗੱਡੀਆਂ ਉਸ ਸਮੇਂ 2 ਪਹੀਆਂ ਵਾਲੀਆਂ ਗੱਡੀਆਂ, ਗੱਡੇ ਇਹ ਹੋਇਆ ਕਰਦੇ ਸਨ। ਤੇ ਜਿਸ ਗੱਡੀ ਦੇ ਵਿੱਚ ਊਠ ਜੋੜਿਆ ਹੋਵੇ ਤਾਂ ਉਸ ਦੇ ਵੀ 2 ਪਹੀਏ ਹੁੰਦੇ ਨੇ। ਜਿਸ ਜੋ ਗੱਡੇ ਦੇ ਵਿੱਚ 2 ਬਲਦ ਜੋੜੇ ਜਾਣ ਉਹਨੂੰ ਗੱਡਾ ਕਹਿੰਦੇ ਨੇ। ਤੋ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ। ਪੜ੍ਹ ਪੜ੍ਹ ਕੇ ਵੇਦ ਪੁਰਾਣ ਜੋ 4 ਵੇਦ 27 ਸਿਮਰਤੀਆਂ 6 ਸ਼ਾਸਤਰ 18 ਪੁਰਾਣ ਇਤ ਆਦਿਕ ਇਹ ਵੇਦ ਪੁਰਾਣ ਪੜ੍ਹ ਕੇ ਤੇ ਜੋ ਗੱਡੀ ਦੇ ਉੱਪਰ ਵੀ ਲੱਦ ਲਏ ਜਾਣ, ਗੱਡੇ ਜਾਂ ਗੱਡੀ ਦੇ ਉੱਪਰ ਵੀ ਲੱਦ ਲਏ ਜਾਣ। ਪੜ ਪੜ ਭਰੀਐ ਸਾਥ, ਤੇ ਪੜ੍ਹ ਪੜ੍ਹ ਕੇ ਵੇਦ ਪੁਰਾਣ ਆਪਣੇ ਨਾਲ ਲੈ ਜਾਣ, ਭਾਵ ਕਿ ਬਹੁਤੇ ਜ਼ਿਆਦੇ ਵੇਦ ਪੁਰਾਣ ਪੜ੍ਹ ਕੇ ਤੇ ਆਪਣੇ ਨਾਲ ਲੈ ਲਈਏ।
ਪੜ ਪੜ ਬੇੜੀ ਪਾਈਐ। ਤੇ ਜਦੋਂ ਕਿਸੇ ਨਦੀ ਤੋਂ ਪਾਰ ਲੰਘਣਾ ਹੋਵੇ, ਉਸ ਸਮੇਂ ਵੇਦਾਂ ਨੂੰ ਪੜ੍ਹ ਕੇ ਤੇ ਬੇੜੀ ਦੇ ਵਿੱਚ ਰੱਖ ਕੇ ਪਾਰ ਲੰਘ ਜਾਈਏ ਉਹ ਨਦੀ ਤੋਂ। ਪੜ ਪੜ ਗੱਡੀਐ ਖਾਤ। ਤੋ ਉਹ ਵੇਦ ਪੁਰਾਣ ਪੜ੍ਹ ਪੜ੍ਹ ਕੇ ਖਾਤ ਖਾਤੇ ਦੇ ਵਿੱਚ, ਕਹਿਣ ਤੋਂ ਭਾਵ ਕਿ ਟੋਆ ਪੁੱਟ ਕੇ ਟੋਆ ਪੱਟਿਆ ਜਾਵੇ ਤੇ ਉਹਨੂੰ ਪੰਜਾਬੀ ਦੇ ਵਿੱਚ ਖਾਤਾ ਕਹਿੰਦੇ ਨੇ, ਖੂਹ ਖਾਤਾ ਵੀ ਕਹਿ ਦਿੰਦੇ। ਤੋ ਖੂਹ ਵੱਡਾ ਜ਼ਿਆਦਾ ਹੁੰਦਾ ਹੈ ਤੇ ਜਿਹੜਾ ਟੋਆ ਹੋਵੇ ਉਹਨੂੰ ਖਾਤਾ ਕਹਿੰਦੇ ਨੇ। ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਵੇਦ ਪੁਰਾਣ ਪੜ੍ਹ ਕੇ ਜਦੋਂ ਉਹਨਾਂ ਨੂੰ ਪੜ੍ਹਨ ਦਾ ਪ੍ਰਯੋਜਨ ਨਾ ਰਹਿ ਜਾਵੇ, ਜਿਹੜੇ ਵਾਰ-ਵਾਰ ਪੜ੍ਹ ਲਏ ਜਾਣ, ਯਾਦ ਕਰ ਲਏ ਜਾਣ ਤੇ ਜਾਂ ਜਦੋਂ ਬਿਰਧ ਹੋ ਜਾਣ, ਉਹਨਾਂ ਨੂੰ ਜੋ ਖਾਤੇ ਦੇ ਵਿੱਚ ਜੋ ਰੱਖ ਦਈਏ। ਪੜ੍ਹ ਪੜ੍ਹ ਗੱਡੀਏ ਹੈ ਖਾਤ, ਪੜ੍ਹ ਪੜ੍ਹ ਖਾਤੇ ਦੇ ਵਿੱਚ। ਜਾਂ ਇਸੇ ਹੀ ਤਰ੍ਹਾਂ ਜੋ ਇਹ ਵੀ ਭਾਵ ਹੈ ਕਿ ਵੇਦ ਪੁਰਾਣ 27 ਸਿਮਰਤੀਆਂ, 6 ਸ਼ਾਸਤਰ ਤੋਂ 18 ਪੁਰਾਣ ਇਤ ਆਦਿਕ ਧਾਰਮਿਕ ਗ੍ਰੰਥ ਪੜ੍ਹ ਕੇ ਤੇ ਉਹਨਾਂ ਨੂੰ ਭੋਰੇ ਦੇ ਵਿੱਚ ਰੱਖ ਲਿਆ ਜਾਵੇ। ਭੋਰਾ ਨੀਵਾਂ ਹੁੰਦਾ ਹੈ ਨਾ, ਧਰਤੀ ਦੇ ਵਿੱਚ ਭੋਰਾ ਪੱਟ ਕੇ ਤੇ ਉਹਦੇ ਵਿੱਚ ਰੱਖ ਲਿਆ ਜਾਵੇ ਸਾਂਭ ਕੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਖਾਤੇ ਦੇ ਵਿੱਚ ਦੱਬ ਦਈਏ ਜਾਂ ਭੋਰੇ ਦੇ ਵਿੱਚ ਰੱਖ ਲਈਏ। ਗ੍ਰੰਥ ਪੜ੍ਹ ਪੜ੍ਹ ਕੇ ਬਹੁਤੇ ਜ਼ਿਆਦਾ ਸਾਂਭ ਲੈਣਾ ਕਰੀਏ ਉਹਨਾਂ ਨੂੰ। ਪੜ੍ਹੀਐ ਜੇਤੇ ਬਰਸ ਬਰਸ। ਹਾਂਜੀ, ਪਹਿਲਾਂ ਤਾਂ ਸਤਿਗੁਰੂ ਜੀ ਨੇ ਸੰਸਾਰਕ ਤੌਰ 'ਤੇ ਉਹਨਾਂ ਵੇਦਾਂ ਪੁਰਾਣਾਂ ਨੂੰ ਸਾਂਭਣ ਵਾਸਤੇ ਪੜ੍ਹ ਪੜ੍ਹ ਕੇ ਉਹਨਾਂ ਦੀ ਪੜ੍ਹਾਈ ਪੜ੍ਹ ਕੇ, ਉਹਨਾਂ ਨੂੰ ਯਾਦ ਕਰਕੇ, ਉਹਨਾਂ ਦਾ ਅਧਿਐਨ ਕਰਕੇ ਜੋ ਸਾਂਭਣ ਵਾਲੀ ਜੁਗਤੀ ਹੈ ਜਿਹੜੀ ਉਹ ਦੱਸੀ ਹੈ। ਆਪਣੇ ਪਾਸ ਸਾਂਭ ਕੇ ਰੱਖ ਲਏ ਜਾਣ ਜਾਂ ਨਾਲ ਰੱਖੇ ਜਾਣ, ਉਹਦੀ ਜੁਗਤੀ ਦੱਸੀ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਪੜ੍ਹੀਏ ਜੇਤੇ ਬਰਸ ਬਰਸ। ਜਿੰਨੇ ਬਰਸ, ਜਿੰਨੇ ਸਾਲ ਇਹ ਉਮਰ ਹੈ, ਸਾਰੀ ਉਮਰ ਬੰਦਾ ਪੜ੍ਹਦਾ ਹੀ ਰਹੇ, ਕੋਈ ਸਵਾਸ ਬਿਰਥਾ ਨਾ ਜਾਵੇ। ਇਹ ਜਿਹੜੇ ਧਾਰਮਿਕ ਗ੍ਰੰਥ ਨੇ ਇਹਨਾਂ ਨੂੰ ਪੜ੍ਹਦੇ ਹੀ ਰਹੀਏ, ਜਿੰਨੇ ਵਰਸ ਨੇ, ਜਿੰਨੇ ਸਾਲ ਨੇ। ਪੜ੍ਹੀਐ ਜੇਤੇ ਮਾਸ। ਜਿੰਨੇ ਮਹੀਨੇ ਜਿਉਣਾ ਅਤੇ ਜਿੰਨੇ ਮਹੀਨੇ, ਜਿੰਨੇ ਸਾਲ ਜ਼ਿੰਦਗੀ ਹੈ, ਜਿੰਨੇ ਵਰਸ ਜ਼ਿੰਦਗੀ ਹੈ, ਜਿੰਨੇ ਮਹੀਨੇ ਜ਼ਿੰਦਗੀ ਹੈ, ਇਹ ਸਦਾ ਵਾਸਤੇ ਹੀ ਪੜ੍ਹਦੇ ਰਹੀਏ। ਪੜ੍ਹੀਏ ਜੇਤੇ ਮਾਸ, ਜਿੰਨੇ ਮਹੀਨੇ ਜ਼ਿੰਦਗੀ ਹੈ, ਜਿਉਣਾ ਹੈ। ਪੜ੍ਹੀਐ ਜੇਤੀ ਆਰਜਾ। ਜਿੰਨੀ ਆਰਜਾ, ਜਿੰਨੀ ਉਮਰ ਹੈ, ਉਹ ਸਾਰੀ ਉਮਰ ਪੜ੍ਹਦੇ ਹੀ ਰਹੀਏ ਸਦਾ ਵਾਸਤੇ। ਪੜ੍ਹੀਐ ਜੇਤੇ ਸਾਸ। ਜਿੰਨੇ ਸਵਾਸ ਮਿਲੇ ਨੇ ਉਹਨਾਂ ਕੋਈ ਵੀ ਸਵਾਸ ਬਿਰਥਾ ਨਾ ਜਾਵੇ ਤੇ ਸਤਾ ਉਮਰ ਪੂਰੀ ਜ਼ਿੰਦਗੀ ਦੇ ਵਿੱਚ ਜੋ ਪੜ੍ਹਦੇ ਹੀ ਰਹੀਏ ਸਦਾ ਵਾਸਤੇ, ਜਿੰਨੇ ਸਵਾਸ ਮਿਲੇ ਨੇ। ਨਾਨਕ ਲੇਖੈ ਇੱਕ ਗੱਲ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਕਿ ਨਾਨਕ ਲੇਖੈ ਇੱਕ ਗੱਲ। ਲੇਖੇ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਤਾਂ ਇੱਕੋ ਹੀ ਗੱਲ ਹੈ। ਹੋਰ ਹਉਮੈ ਝਖਣਾ ਝਾਖ। ਤੋ ਹੋਰ ਜਿਹੜੇ ਧਾਰਮਿਕ ਗ੍ਰੰਥ ਪੜ੍ਹਨੇ, ਧਾਰਮਿਕ ਗ੍ਰੰਥ ਇਕੱਠੇ ਕਰ ਲੈਣੇ ਤੇ ਜਾਂ ਸਾਰੀ ਉਮਰ ਹੀ, ਜਿੰਨੇ ਸਵਾਸ ਨੇ, ਜਿੰਨੇ ਸਾਲ ਉਮਰ ਮਿਲੀ, ਜਿੰਨੇ ਮਹੀਨੇ ਉਮਰ ਮਿਲੀ, ਤੋ ਜਿੰਨੀ ਆਰਜਾ, ਜਿੰਨੀ ਉਮਰ ਹੈ, ਜਿੰਨੇ ਸਾਹ ਮਿਲੇ ਨੇ, ਉਹ ਸਾਹਾਂ ਦੇ ਵਿੱਚੋਂ ਕੋਈ ਸਾਹ ਬਿਰਥਾ ਨਾ ਜਾਵੇ, ਸਦਾ ਵਾਸਤੇ ਪੜ੍ਹਦੇ ਹੀ ਰਹੀਏ ਧਾਰਮਿਕ ਗ੍ਰੰਥ। ਸਤਿਗੁਰੂ ਜੀ ਕਹਿੰਦੇ ਨੇ ਕਿ ਨਾਨਕ ਲੇਖੈ ਇੱਕ ਗੱਲ। ਲੇਖੇ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਇੱਕੋ ਹੀ ਗੱਲ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ। ਸਤਿਗੁਰੂ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਇੰਨਾ ਗਿਆਨ ਹੁੰਦਿਆਂ ਹੋਇਆਂ, ਇੰਨੇ ਗ੍ਰੰਥ ਪੜ੍ਹ ਕੇ ਜੇ ਪਰਮਾਤਮਾ ਦਾ ਨਾਮ ਨਾ ਜਪਿਆ ਤੇ ਫਿਰ ਬਹੁਤਾ ਜ਼ਿਆਦਾ ਲਾਭ ਨਹੀਂ ਹੋਣਾ। ਜਿਵੇਂ ਦਾਸ ਦੇ ਵਿਦਿਆ ਗੁਰੂ ਜੋ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਉਹ ਵਿਦਾਂਤ ਦੇ ਗ੍ਰੰਥ ਪੜ੍ਹਾਉਣ ਲੱਗਿਆ ਇਹ ਦੱਸਦੇ ਨੇ ਕਿ ਗੁਰਮੁਖੋ, ਇਹ ਜਿਹੜੇ ਗ੍ਰੰਥ ਨੇ ਨਾ, ਇਹਨਾਂ ਦੇ ਵਿੱਚ ਗੁਰਮਤ ਨਹੀਂ ਹੈ। ਇਹ ਗ੍ਰੰਥ, ਵਿਦਾਂਤ ਦੇ ਗ੍ਰੰਥ ਪੜ੍ਹਦਿਆਂ ਹੋਇਆਂ ਗੁਰਮਤ ਨੂੰ ਜ਼ਰੂਰ ਧਾਰਨ ਕਰਕੇ ਰੱਖਣਾ ਆਪਣੇ ਹਿਰਦੇ ਦੇ ਵਿੱਚ। ਕਈ ਗੱਲਾਂ ਗੁਰਮਤ ਤੋਂ ਬਾਹਰੀਆਂ ਆਉਂਦੀਆਂ ਨੇ ਉਹਨਾਂ ਵਿਦਾਂਤ ਦੇ ਗ੍ਰੰਥਾਂ ਦੇ ਵਿੱਚ, ਉਹ ਬਸ ਇੱਕ ਗਿਆਨ ਲੈਣ ਵਾਸਤੇ ਹੀ ਹੈ। ਜਿਹੜੀ ਗੁਰਮਤ ਤੋਂ ਬਾਹਰ ਗੱਲ ਹੈ ਨਾ, ਜੋ ਗੁਰਮਤ ਤੋਂ ਬਾਹਰ ਬਚਨ ਆ ਗਿਆ, ਉਹਨੂੰ ਨਹੀਂ ਆਪਣੇ ਹਿਰਦੇ ਦੇ ਵਿੱਚ ਵਸਾਉਣਾ।
ਕਿਸੇ ਵੀ ਵਿਸ਼ੇ ਦੇ ਉੱਪਰ, ਸੰਤੋਖ ਦੇ ਵਿਸ਼ੇ ਦੇ ਉੱਪਰ, ਸਤ ਧਰਮ ਦੇ ਵਿਸ਼ੇ ਦੇ ਉੱਪਰ, ਤੋ ਕਿਸੇ ਵੀ ਵਿਸ਼ੇ ਦੇ ਉੱਪਰ ਕਿਸੇ ਜੋ ਜਿਵੇਂ ਉਹ ਅਨਮਤੀਆਂ ਨੇ ਲਿਖੇ ਹੋਏ ਨੇ, ਅਤੇ ਉਹ ਇਸ਼ਟ ਕੋਈ ਸ਼ਿਵ ਜੀ ਨੂੰ ਮੰਨਦਾ ਸੀ, ਕੋਈ ਰਾਮ ਨੂੰ ਮੰਨਦਾ ਸੀ, ਅਤੇ ਆਪੋ ਆਪਣੇ ਉਹਨਾਂ ਦੇ ਇਸ਼ਟ ਸਨ। ਉਹਨਾਂ ਨੇ ਆਪਣੀ ਮਤ ਦੇ ਮੁਤਾਬਕ ਲਿਖੇ ਹੋਏ ਨੇ, ਜਿਹੜੇ ਵਿਦਾਂਤ ਦੇ ਗ੍ਰੰਥ ਨੇ। ਪਰ ਗੁਰੂ ਕੇ ਸਿੱਖ ਨੇ ਵਿਦਾਂਤ ਦੇ ਗ੍ਰੰਥ ਪੜ੍ਹਦਿਆਂ ਹੋਇਆਂ ਬਸ ਇੱਕ ਗਿਆਨ ਹੀ ਲੈਣਾ, ਉਹਨਾਂ ਦੇ ਵਿੱਚੋਂ ਜੋ ਚੰਗੀ ਸੂਝ-ਬੂਝ ਲੈਣੀ, ਪ੍ਰਾਪਤ ਕਰਨੀ, ਜੋ ਗੁਰਮਤਿ ਤੋਂ ਵਿਪਰਜੈ ਆ ਨਾ, ਗੁਰਮਤਿ ਤੋਂ ਉਲਟ ਹੈ ਸਭ ਕੁਛ, ਜੋ ਉਹ ਤਿਆਗ ਦੇਣਾ। ਗੁਰੂ ਕੇ ਸਿੱਖ ਨੇ ਗੁਰੂ ਕੀ ਮਤ ਗ੍ਰਹਿਣ ਕਰਨੀ ਆਪਣੇ ਹਿਰਦੇ ਦੇ ਵਿੱਚ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਚਨ, ਗੁਰੂ ਕੇ ਪਾਵਨ ਬਚਨ ਨੇ ਕਿ ਗੁਰੂ ਕੇ ਸਿੱਖੋ, ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਲੇਖੇ ਦੇ ਵਿੱਚ ਨਹੀਂ ਹੈ। ਨਾਨਕ ਲੇਖੈ ਇੱਕ ਗੱਲ, ਲੇਖੇ ਦੇ ਵਿੱਚ ਤਾਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ ਹੀ ਹੈ। ਗੁਰੂ ਕੇ ਸਿੱਖ ਨੇ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਨਾਮ ਅਭਿਆਸ ਕਰਨਾ, ਸੰਗਤ ਕਰਨੀ, ਅਤੇ ਸੰਗਤ ਦੇ ਵਿੱਚੋਂ ਸਤ, ਸੰਤੋਖ, ਦਇਆ, ਧਰਮ ਕਰਨਾ, ਮੁਦਤਾ, ਮੈਤਰੀ ਇਤ ਆਦਿਕ ਜੋ ਹੋਰ ਬੇਅੰਤ ਗੁਣ ਨੇ ਨਾ, ਗੁਣਾਂ ਨੂੰ ਧਾਰਨ ਕਰਨਾ ਅਤੇ ਔਗਣ ਤਿਆਗਣੇ ਨੇ ਗੁਰੂ ਕੇ ਸਿੱਖ ਨੇ। ਅਤੇ ਸਭ ਤੋਂ ਵੱਡਾ ਗੁਣ ਹੈ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ। ਸੇਵਾ ਕੀਜੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਕੋਈ ਵੱਡੀ ਪੂਜਾ ਨਹੀਂ ਹੈ। ਤੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਕਿ ਸਾਧ ਕੀ ਸੇਵਾ ਨਾਮ ਧਿਆਈਐ। ਸਾਧੂ ਸਤਿਗੁਰੂ ਜੀ ਦੀ ਸੇਵਾ ਕੀ ਹੈ? ਨਾਮ ਧਿਆਉਣਾ। ਅਤੇ ਫਿਰ ਤੋ ਸਤਿਗੁਰੂ ਜੀ ਨੇ ਇਹ ਬਚਨ ਕਹੇ ਹਨ ਕਿ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਉੱਤਮ ਧਰਮ ਕੀ ਹੈ? ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਇਹ ਸਤਿਗੁਰੂ ਜੀ ਨੇ ਬੜਾ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਆ। ਇੱਥੇ ਵੀ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਕੇ ਬਚਨ ਕਰਦੇ ਨੇ ਕਿ ਨਾਨਕ ਲੇਖੈ ਇੱਕ ਗੱਲ। ਲੇਖੇ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਤਾਂ ਇੱਕੋ ਹੀ ਗੱਲ ਹੈ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ। ਹੋਰ ਹਉਮੈ ਝਖਣਾ ਝਾਕ, ਹੋਰ ਜਿਹੜੀਆਂ ਗੱਲਾਂ ਨੇ ਨਾ ਹਉਮੈ ਦੇ ਵਿੱਚ ਐਵੇਂ ਜੋ ਝਖਾਂ ਹੀ ਮਾਰਨੀਆਂ ਨੇ। ਇਸ ਕਰਕੇ ਗੁਰੂ ਕੇ ਸਿੱਖੋ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਧਾਰਨ ਕਰਨਾ ਚਾਹੀਦਾ, ਨਾਮ ਵਸਾਉਣਾ ਚਾਹੀਦਾ ਹਿਰਦੇ ਦੇ ਵਿੱਚ। ਜੋ ਸਾਰੇ ਧਾਰਮਿਕ ਕਰਮ ਕਰਦਿਆਂ ਹੋਇਆਂ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਦੇ ਰਹੀਏ ਜੀ। ਦੋਹਰਾ ਸੁਨ ਪੰਡਿਤ ਬਿਨ ਸਤਿਗੁਰੂ, ਮਾਰਗ ਹਾਥ ਨਾ ਆਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਨ ਲੱਗੇ ਕਿ ਪੰਡਿਤ ਜੀ ਸੁਣੋ ਧਿਆਨ ਦੇ ਕੇ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜਿਹੜਾ ਗੁਰਮਤਿ ਦਾ ਮਾਰਗ ਹੈ ਨਾ, ਉਹ ਹੱਥ ਦੇ ਵਿੱਚ ਨਹੀਂ ਆਉਂਦਾ। ਜਿੰਨਾ ਸਮਾਂ ਪੂਰੇ ਸਤਿਗੁਰੂ ਜੀ ਨੂੰ ਗੁਰੂ ਨਾ ਧਾਰਨ ਕਰੀਏ, ਪੂਰੇ ਗੁਰੂ ਕਾ ਉਪਦੇਸ਼ ਨਾ ਵਸਾਈਏ ਹਿਰਦੇ ਦੇ ਵਿੱਚ, ਜਿਹੜਾ ਮੁਕਤੀ ਦਾ ਮਾਰਗ ਹੈ ਨਾ, ਮਨੁੱਖਾ ਜਨਮ ਨੂੰ ਸਫਲ ਕਰਨ ਦਾ ਮਾਰਗ ਹੈ, ਉਹ ਹੱਥ ਨਹੀਂ ਆਉਂਦਾ। ਬਿਨ ਤਾਰੀ ਤਾਰੋ ਭਿਰਿਓ, ਖੁੱਲੇ ਨਾ ਕਰੇ ਉਪਾਏ। ਜੋ ਚਾਬੀ ਤੋਂ ਬਿਨਾਂ ਜਿਹੜਾ ਤਾਲਾ ਹੈ ਨਾ, ਉਹ ਬੰਦ ਹੀ ਰਹਿੰਦਾ ਹੈ। ਜਿੰਨਾ ਸਮਾਂ ਤਾਲੇ ਨੂੰ ਚਾਬੀ ਨਾ ਲਾਈ ਜਾਵੇ, ਤਾਲਾ ਖੁੱਲ੍ਹਦਾ ਨਹੀਂ ਹੈ। ਬਿਨ ਤਾਰੀ ਤਾਰਾ ਭਿਰਿਓ, ਜੋ ਬਿਨ ਤਾਰੀ ਤਾਰੋ ਭਿਰਿਓ, ਤੋ ਜਿਹੜੀ ਚਾਬੀ ਹੈ ਨਾ, ਚਾਬੀ ਤੋਂ ਬਿਨਾਂ ਜਿਹੜਾ ਜਿੰਦਰਾ ਹੈ ਉਹ ਖੁੱਲ੍ਹਦਾ ਨਹੀਂ ਹੈ ਕਿਸੇ ਵੀ ਪ੍ਰਕਾਰ। ਚੌਪਈ ਬਿਨ ਤਾਲੀ ਖੁੱਲੇ ਨਾ ਕਿਤੇ ਉਪਾਏ। ਹੋਰ ਚਾਬੀ ਤੋਂ ਬਿਨਾਂ ਜਿੰਨੇ ਮਰਜ਼ੀ ਯਤਨ ਕਰ ਲਏ ਜਾਣ, ਉਹ ਖੁੱਲ੍ਹਦਾ ਨਹੀਂ ਹੈ ਕਿਸੇ ਵੀ ਪ੍ਰਕਾਰ, ਕਿਸੇ ਵੀ ਯਤਨ ਦੇ ਨਾਲ। ਚੌਪਈ ਪੂਰਨ ਪੰਜ ਪੁੰਨ ਜਬ ਹੋਏ। ਜਦੋਂ ਪੂਰਬਲੇ ਕਰਮਾਂ ਦੇ, ਪੂਰਬਲੇ ਕੀਤੇ ਹੋਏ ਕਰਮਾਂ ਦੇ ਪੁੰਨ ਜਾਗਦੇ ਨੇ ਨਾ, ਜੀਵ ਦੇ ਪੁੰਨ ਜਾਗਦੇ ਜਦੋਂ, ਮਿਲ ਹੈ ਗੁਰੂ ਉਪਦੇਸ਼ਹਿ ਸੋਏ। ਫਿਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦਿੰਦੇ ਨੇ। ਸਾਰਾ ਸਾਰ ਲਖਾਵੈ ਜਬੈ। ਜਦੋਂ
ਸੱਚ ਤੇ ਝੂਠ ਦਾ ਗਿਆਨ ਦਿਵਾ ਦਿੰਦੇ ਨੇ ਨਾ ਸਤਿਗੁਰੂ ਜੀ। ਸੱਚ ਝੂਠ ਦਾ ਨਿਰਣਾ ਕਰ ਦਿੰਦੇ ਨੇ ਤੇ ਉਸ ਸਮੇਂ ਜੀਵ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਗ੍ਰਹਣ ਤਿਆਗਨੋ ਜਾਣੈ ਤਬੈ। ਜਦੋਂ ਸੱਚ ਤੇ ਝੂਠ ਦਾ ਗਿਆਨ ਹੁੰਦਾ ਫਿਰ ਪਤਾ ਲੱਗਦਾ ਹੈ ਕਿ ਕੀ ਛੱਡਣਾ ਹੈ ਅਤੇ ਕੀ ਗ੍ਰਹਿਣ ਕਰਨਾ ਹੈ। ਇਹ ਗਿਆਨ ਫੇਰ ਪ੍ਰਾਪਤ ਹੁੰਦਾ ਤੇ ਗਿਆਨ ਪ੍ਰਾਪਤ ਹੁੰਦਾ ਹੈ ਪੂਰੇ ਸਤਿਗੁਰੂ ਜੀ ਦੇ ਪਾਸ। ਮਿਟੈ ਭਰਮ ਚਿਤ ਸ਼ਾਂਤੀ ਪਾਏ। ਤੋ ਹਿਰਦੇ ਦੇ ਵਿੱਚੋਂ ਭਰਮ ਦੂਰ ਹੋ ਜਾਂਦਾ ਹੈ। ਜਦੋਂ ਸੱਚ ਝੂਠ ਦਾ ਗਿਆਨ ਹੋ ਜਾਵੇ, ਕੀ ਛੱਡਣਾ ਤੇ ਕੀ ਗ੍ਰਹਿਣ ਕਰਨਾ ਹੈ, ਇਹ ਗਿਆਨ ਪ੍ਰਾਪਤ ਹੋ ਜਾਵੇ। ਮਿਟੈ ਭਰਮ ਚਿਤ ਸ਼ਾਂਤੀ ਪਾਏ। ਜੀਵ ਦੇ ਹਿਰਦੇ ਦੇ ਵਿੱਚੋਂ ਭਰਮ ਮਿਟ ਜਾਂਦਾ ਹੈ ਅਤੇ ਚਿੱਤ ਬਿਰਤੀ ਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਜਾਂਦੀ, ਹਿਰਦਾ ਸ਼ਾਂਤ ਹੋ ਜਾਂਦਾ ਹੈ। ਅਨੇਕ ਕਲਪਨਾ ਹਿਰਦੈ ਨਸਾਏ। ਜਿਹੜੀਆਂ ਅਨੇਕਾਂ ਹੀ ਕਲਪਨਾਵਾਂ ਨੇ ਨਾ ਉਹ ਹਿਰਦੇ ਦੇ ਵਿੱਚੋਂ ਨਾਸ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਅਨੇਕਾਂ ਕਲਪਨਾ ਨੇ ਹਿਰਦੇ ਜੀਵ ਦੇ ਹਿਰਦੇ ਦੇ ਵਿੱਚ। ਕਲਪਨਾ ਭਾਵ ਕੇ ਫੁਰਨੇ ਬੜੇ ਨੇ। ਇੱਕ ਫੁਰਨਾ ਹਜੇ ਬੰਦ ਨਹੀਂ ਹੁੰਦਾ, ਇੱਕ ਫੁਰਨਾ ਸੰਪੂਰਨ ਨਹੀਂ ਹੁੰਦਾ ਤੇ ਦੂਜਾ ਫੁਰਨਾ ਫੇਰ ਸ਼ੁਰੂ ਹੋ ਜਾਂਦਾ ਹੈ। ਅਨੇਕਾਂ ਤਰ੍ਹਾਂ ਦੇ ਫੁਰਨੇ ਭਾਵ ਕਿ ਅਨੇਕਾਂ ਤਰ੍ਹਾਂ ਦੀ ਸੋਚ ਫੁਰਦੀ ਰਹਿੰਦੀ ਹੈ ਬੰਦੇ ਦੇ ਹਿਰਦੇ ਦੇ ਵਿੱਚ। ਜੋ ਅਨੇਕਾਂ ਹੀ ਕਲਪਨਾਵਾਂ ਨੇ ਨਾ ਉਹ ਹਿਰਦੇ ਦੇ ਵਿੱਚੋਂ ਨਾਸ ਹੋ ਜਾਂਦੀਆਂ ਨੇ ਜਦੋਂ ਚਿੱਤ ਦੇ ਵਿੱਚੋਂ ਭਰਮ ਦੂਰ ਹੋ ਜਾਵੇ। ਇਹ ਸਾਨੂੰ ਭਰਮ ਪਿਆ ਹੋਇਆ ਹੈ ਕਿ ਅਸੀਂ ਸਦਾ ਵਾਸਤੇ ਰਹਿਣਾ ਹੈ ਜਗਤ ਦੇ ਉੱਪਰ। ਫਿਰ ਭਰਮ ਹੈ, ਭਰਮ ਦਾ ਕਰਕੇ ਹੀ ਦਿਨ ਰਾਤ ਭੱਜੇ ਫਿਰਦੇ ਹਾਂ ਕਿ ਮੈਂ ਇੰਨਾ ਧਨ ਕਮਾਵਾਂਗਾ, ਇੰਨਾ ਧਨ ਜੋੜ ਕੇ ਫਿਰ ਮੈਂ ਆਪਣੇ ਇਹ ਬਿਜ਼ਨਸ ਸ਼ੁਰੂ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਧਨਾਢ ਬਣ ਜਾਵਾਂਗਾ। ਤੋ ਕਹਿਣ ਤੋਂ ਭਾਵ ਅਨੇਕਾਂ ਤਰ੍ਹਾਂ ਦੇ ਫੁਰਨੇ ਮਨ ਦੇ ਵਿੱਚ ਕਰਦੇ ਰਹਿਣਾ। ਜਿਹੜੇ ਗੁਰਮੁਖ ਨੇ ਨਾ ਉਹ ਕੋਈ ਵੀ ਫੁਰਨਾ ਮਨ ਦੇ ਵਿੱਚ ਨਹੀਂ ਆਉਣ ਦਿੰਦੇ। ਸਭ ਕੁਝ ਸਤਿਗੁਰੂ ਜੀ ਦੇ ਉੱਪਰ ਛੱਡ ਦਿੰਦੇ ਨੇ। ਸਤਿਗੁਰੂ ਜੀ ਆਪੇ ਹੀ ਉਹਨਾਂ ਦੇ ਪਾਸੋਂ ਸਭ ਕੁਝ ਕਰਵਾ ਦਿੰਦੇ ਨੇ। ਸਤਿਗੁਰੂ ਜੀ ਆਪੇ ਹੀ ਉਹਨਾਂ ਨੂੰ ਗੁਰਮਤਿ ਦੇ ਰਾਹ ਦੇ ਉੱਪਰ ਤੋਰ ਲੈਂਦੇ ਨੇ। ਜਿਹੜੇ ਸੰਸਾਰਕ ਜੀਵ ਨੇ ਨਾ ਉਹ ਅਨੇਕਾਂ ਤਰ੍ਹਾਂ ਦੇ ਫੁਰਨੇ ਕਰਦੇ ਨੇ ਤੇ ਉਹਨਾਂ ਆਪਣੀ ਸੋਚ ਨੂੰ ਪੂਰੇ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਯਤਨ ਕਰਦੇ ਨੇ, ਠੱਗੀਆਂ ਕਰਦੇ, ਚੋਰੀਆਂ ਕਰਦੇ ਨੇ ਅਤੇ ਧੋਖੇਬਾਜ਼ੀਆਂ, ਦਗੇਬਾਜ਼ੀਆਂ ਕਰਦੇ ਨੇ ਆਪਣੇ ਆਪ ਨੂੰ ਧਨਾਢ ਬਣਾਉਣ ਵਾਸਤੇ। ਤੋ ਇਸੇ ਹੀ ਤਰ੍ਹਾਂ ਮਨਮੁਖ ਜੀਵ ਹੈ ਨਾ ਜਿਹੜਾ ਮਾਇਆ ਧਾਰੀ ਸਾਖਤ ਪੁਰਸ਼ ਹੈ, ਉਹ ਇਹ ਚਾਹੁੰਦਾ ਹੈ ਕਿ ਮੈਂ ਰਾਤ ਰਾਤ ਦੇ ਵਿੱਚ ਹੀ ਅਮੀਰ ਬਣ ਜਾਵਾਂ। ਜੋ ਮੇਰਾ ਮਨ ਚਾਹੁੰਦਾ ਹੈ ਉਹ ਮੈਨੂੰ ਪ੍ਰਾਪਤੀ ਹੋ ਜਾਵੇ। ਪਰ ਗੁਰਮੁਖ ਸਦਾ ਵਾਸਤੇ ਭਰਮ ਛੱਡ ਕੇ ਚਿੱਤ ਉਹਨਾਂ ਦਾ ਸ਼ਾਂਤ ਹੋ ਜਾਂਦਾ ਹੈ ਅਤੇ ਕਲਪਨਾ ਉਹਨਾਂ ਦੇ ਹਿਰਦੇ ਦੇ ਵਿੱਚੋਂ ਨਾਸ ਹੋ ਜਾਂਦੀ ਹੈ। ਵਾਸ਼ਨਾ ਤੋਂ ਰਹਿਤ ਹੋ ਜਾਂਦੇ ਹਨ। ਜਿਸ ਦੇ ਹਿਰਦੇ ਦੇ ਵਿੱਚ ਵਾਸ਼ਨਾ ਹੈ ਤੇ ਵਾਸ਼ਨਾ ਦਾ ਬੱਧਾ ਹੋਇਆ ਹੀ ਜੀਵ ਆਉਂਦਾ ਜਾਂਦਾ, ਜੰਮਦਾ, ਮਰਦਾ ਹੈ। ਸਤਿਗੁਰੂ ਜੀ ਦੇ ਬਚਨ ਨੇ ਬਾਣੀ ਦੇ ਵਿੱਚ ਕਿ ਵਾਸ਼ਨਾ ਬੱਧਾ ਆਵੈ ਜਾਵੈ। ਜਿਹੜੇ ਸੰਕਲਪ ਨੇ ਨਾ ਇਹੋ ਹੀ ਜੀਵ ਨੂੰ ਅਧੋਗਤੀ ਨੂੰ ਲੈ ਜਾਂਦੇ ਨੇ। ਜਿਵੇਂ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਅੰਤ ਦੇ ਸਮੇਂ ਦੇ ਵਿੱਚ ਜੇ ਮਾਇਆ ਦੇ ਵਿੱਚ ਬਿਰਤੀ ਰਹਿ ਜਾਵੇ ਤੇ ਫਿਰ ਸੱਪ ਦੀ ਜੂਨ ਦੇ ਵਿੱਚ ਪੈਂਦਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜੇ ਘਰ ਬਾਹਰ ਦੇ ਵਿੱਚ ਬਿਰਤੀ ਰਹਿ ਜਾਵੇ, ਘਰਾਂ ਦੇ ਵਿੱਚ, ਮਹਿਲਾਂ ਦੇ ਵਿੱਚ ਬਿਰਤੀ ਰਹਿ ਜਾਵੇ, ਫਿਰ ਪ੍ਰੇਤ ਦੀ ਜੂਨ ਦੇ ਵਿੱਚ ਪੈਂਦਾ ਹੈ। ਪ੍ਰੇਤ ਜੂਨ ਵਲ ਵਲ ਅਵਤਰੈ। ਤੋ ਇਸੇ ਹੀ ਤਰ੍ਹਾਂ ਅੰਤ ਕਾਲ ਜੋ ਲੜਕੇ ਸਿਮਰੇ, ਜਿਨ੍ਹਾਂ ਦੀ ਬਿਰਤੀ ਧੀਆਂ ਪੁੱਤਰਾਂ ਦੇ ਵਿੱਚ ਰਹਿ ਜਾਂਦੀ ਹੈ, ਬੱਚਿਆਂ ਦੇ ਵਿੱਚ ਰਹਿ ਜਾਂਦੀ, ਤੇ ਅੰਤ ਕਾਲ ਜੋ ਲੜਕੇ ਸਿਮਰੇ। ਸੂਕਰ ਜੂਨ ਵਲ ਵਲ ਅਵਤਰੇ। ਸੂਰ ਦੇ ਇੱਕੇ ਵਾਰ ਹੀ 12 ਬੱਚੇ ਹੁੰਦੇ ਨੇ ਸੂਰੀ ਦੇ। ਤੋ ਕਹਿਣ ਤੋਂ ਭਾਵ ਐਸੀਆਂ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ। ਜਿੱਥੇ ਬਿਰਤੀ ਰਹਿ ਜਾਵੇ ਉੱਥੇ ਹੀ ਜੀਵ ਨੂੰ ਜਨਮ ਲੈਣਾ ਪੈਂਦਾ ਹੈ। ਤੋ ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਗੁਰੂ ਕੇ ਸਿੱਖਾਂ ਜਿਹੜੀਆਂ ਕਲਪਨਾ ਨੇ ਨਾ ਮਨ ਦੇ ਵਿੱਚ ਉਹਨਾਂ ਨੂੰ ਨਾਸ ਕਰਦੇ ਆਪਣੇ ਹਿਰਦੇ ਦੇ ਵਿੱਚੋਂ। ਵਹਿਰ ਵੇਖ ਪਰ ਦ੍ਰਿਸ਼ਟ ਨਾ ਧਾਰੈ। ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜਾ ਬਾਹਰਲਾ ਲਿਵਾਸ ਹੈ ਨਾ, ਬਾਹਰਲਾ ਵੇਖ ਭੇਖ ਹੈ ਜਿਹੜਾ, ਉਹਦੇ ਉੱਤੇ ਦ੍ਰਿਸ਼ਟੀ ਨਾ ਰੱਖੇ, ਦ੍ਰਿਸ਼ਟੀ ਨਾ ਧਾਰਨ ਕਰੇ।
ਕਦੇ ਵਾਸਤੇ। ਅੰਤਰਮੁਖੀ ਬ੍ਰਿਤ ਕੋ ਪਾਰੈ। ਜਿਹੜਾ ਗੁਰੂ ਕਾ ਸਿੱਖ ਹੈ ਨਾ, ਇਹ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਜੀਵ, ਉਹਦੀ ਬਿਰਤੀ ਅੰਤਰਮੁਖ ਹੋਣੀ ਚਾਹੀਦੀ ਹੈ। ਭਾਵ ਆਪਣੀ ਬਿਰਤੀ ਨੂੰ ਅੰਤਰਮੁਖ ਕਰੇ ਅਤੇ ਅੰਦਰ ਹਿਰਦੇ ਦੇ ਵਿੱਚ ਹੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰਨਾ ਕਰੇ। ਸੁਨ ਪੰਡਿਤ ਉਰ ਲਿਹੋ ਵਿਚਾਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਨ ਲੱਗੇ ਕਿ ਪੰਡਿਤ ਜੀ, ਇਹ ਉਪਦੇਸ਼ ਸੁਣ ਕੇ ਹਿਰਦੇ ਦੇ ਵਿੱਚ ਵਿਚਾਰ ਕਰ ਲੈਣਾ ਕਰੋ। ਜਬ ਲਓ ਮਨ ਹੈ ਵਿਸ਼ੈ ਵਿਕਾਰੀ। ਜਿਤਨਾ ਸਮਾਂ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੈ। ਵਹਿਰ ਭੇਖ ਤਬ ਲਓ ਸਭ ਕਾਚਾ। ਬਾਹਰਲਾ ਭੇਖ ਹੈ ਨਾ ਜਿਹੜਾ, ਉਹਨਾਂ ਸਮਾਂ ਕੱਚਾ ਹੈ, ਕਿਸੇ ਵੀ ਕੰਮ ਦਾ ਨਹੀਂ ਹੈ, ਐਵੇਂ ਵਿਅਰਥ ਹੈ ਸਭ ਕੁਝ ਕੀਤਾ ਹੋਇਆ। ਜਿਤਨਾ ਸਮਾਂ ਮਨ ਦੀ ਇਕਾਗਰਤਾ ਨਾ ਹਾਸਲ ਹੋਈ ਅਤੇ ਮਨ ਦੇ ਵਿੱਚੋਂ ਵਿਸ਼ੇ ਵਿਕਾਰ ਨਾ ਖਤਮ ਹੋਏ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬਾਹਰਲਾ ਭੇਖ ਜਿਹੜਾ ਇਹ ਕੱਚਾ ਹੈ, ਕਿਸੇ ਵੀ ਕੰਮ ਦਾ ਨਹੀਂ, ਝੂਠਾ। ਸਾਚ ਸੰਗ ਰੰਚਿਕ ਨਹਿ ਰਾਚਾ। ਉਹ ਜਿਸ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲਿਵ ਨਹੀਂ ਲੱਗੀ, ਉਹ ਜਾਣ ਲਓ ਕਿ ਸੱਚੇ ਪ੍ਰਮਾਤਮਾ ਦੇ ਨਾਮ ਦੇ ਨਾਲ ਰੰਚਕ ਮਾਤਰ ਵੀ ਰਚਿਆ ਹੋਇਆ ਨਹੀਂ ਹੈ। ਉਹ ਰੰਚਕ ਮਾਤਰ ਵੀ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਹੋਇਆ। ਸਹੈ ਸੀਸ ਜਮ ਡੰਡ ਵਿਸਾਲਾ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਸ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕੀਤੀ ਅਤੇ ਸੱਚੇ ਪ੍ਰਮਾਤਮਾ ਦੇ ਨਾਲ ਜਿਸ ਦੀ ਪ੍ਰੀਤੀ ਨਹੀਂ ਹੋਈ, ਸਹੈ ਸੀਸ ਜਮ ਡੰਡ ਵਿਸਾਲਾ, ਉਹ ਆਪਣੇ ਸਿਰ ਦੇ ਉੱਪਰ ਬਹੁਤਾ ਜ਼ਿਆਦਾ ਜਮਾਂ ਦਾ ਡੰਡ ਸਹਾਰਦਾ ਹੈ। ਜਮਾਂ ਦੇ ਡੰਡੇ ਉਹਦੇ ਸਿਰ ਦੇ ਵਿੱਚ ਵੱਜਦੇ ਨੇ। ਸਦਾ ਫਸੇ ਤ੍ਰਿਸ਼ਨਾ ਕੇ ਜਾਲਾ। ਸਦਾ ਵਾਸਤੇ ਤ੍ਰਿਸ਼ਨਾ ਦੇ ਜਾਲ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਪੰਡਿਤ ਜੀ ਜਿਹੜੀ ਬਿਰਤੀ ਹੈ ਨਾ, ਉਹਦੇ ਬਾਰੇ ਜਾਣ ਲਿਆ ਸੀ ਆਪਣੀ ਅੰਤਰਜਾਮਤਾ ਦੇ ਨਾਲ। ਕਿਉਂਕਿ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਜੀ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਭਲਿਆਂ ਬੁਰਿਆਂ ਦੀ ਪੀੜਾ ਨੂੰ ਪਛਾਣਦੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਪੰਡਿਤ ਜੀ ਸਦਾ ਫਸੇ ਤ੍ਰਿਸ਼ਨਾ ਕੇ ਜਾਲਾ, ਸਦਾ ਵਾਸਤੇ ਤ੍ਰਿਸ਼ਨਾ ਦੇ ਜਾਲ ਦੇ ਵਿੱਚ ਹੀ ਫਸਿਆ ਹੋਇਆ ਏ। ਇੰਨੀ ਵਿਦਿਆ ਪੜ੍ਹ ਤਾਂ ਲਈ, ਪਰ ਮਾਇਆ ਦੇ ਨਾਲ ਬਹੁਤਾ ਜ਼ਿਆਦਾ ਪਿਆਰ ਸੀ ਕਿ ਇੱਧਰੋਂ ਵੀ ਮਾਇਆ ਆ ਜਾਵੇ, ਇੱਧਰੋਂ ਵੀ ਆ ਜਾਵੇ ਮਾਇਆ, ਤੋ ਧਨ ਦੌਲਤ ਇਕੱਠਾ ਕਰਕੇ ਸਾਰੇ ਰਾਜਿਆਂ ਨੂੰ ਵੀ ਮੈਂ ਲੁੱਟ ਲੈਣਾ ਕਰਾਂ। ਤੋ ਐਸੀ ਬਿਰਤੀ ਸੀ ਉਹ ਬ੍ਰਾਹਮਣ ਦੀ, ਪੰਡਿਤ ਦੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਜੀਵ ਸਦਾ ਵਾਸਤੇ ਤ੍ਰਿਸ਼ਨਾ ਦੇ ਜਾਲ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਮੋਹ ਮਾਇਆ ਮਮਤਾ ਦੇ ਵਿੱਚ। ਕਾਮ ਕ੍ਰੋਧ ਮਦ ਮਾਨ ਮਲੀਨੇ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮਦ ਜੋ ਮਾਇਆ ਦੇ ਨਸ਼ੇ ਦੇ ਵਿੱਚ, ਹੰਕਾਰ ਦੇ ਨਸ਼ੇ ਦੇ ਵਿੱਚ, ਮਾਨ ਦੇ ਵਿੱਚ ਹੀ ਮਲੀਨ ਰਹਿੰਦਾ ਹੈ। ਐਸੀ ਮੈਲੀ ਭਾਵਨਾ ਹੋ ਜਾਂਦੀ ਹੈ ਜੀਵ ਦੀ। ਨਿਜ ਸਰੂਪ ਲਖ ਹੈ ਨਾ ਮਤਹੀਨੇ। ਜਿਹੜੇ ਮਤ ਤੋਂ ਹੀਣੇ ਨੇ ਨਾ, ਉਹ ਆਪਣੇ ਸਵੈ ਸਰੂਪ ਨੂੰ ਨਹੀਂ ਜਾਣਦੇ ਕਦੇ ਵਾਸਤੇ, ਆਪਣੇ ਸਵੈ ਸਰੂਪ ਨੂੰ ਨਹੀਂ ਜਾਣਦੇ ਤੇ ਨਾ ਹੀ ਜਾਣਨ ਦਾ ਯਤਨ ਕਰਦੇ ਨੇ। ਸਾਰੀ ਉਮਰ ਲੰਘ ਜਾਂਦੀ, ਪਰ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਜੀਵ ਯਤਨ ਨਹੀਂ ਕਰਦਾ। ਧਨ ਦੌਲਤ ਇਕੱਠੀ ਕਰਨ ਦੇ ਵਿੱਚ, ਸੰਸਾਰਕ ਸੁੱਖਾਂ ਦੇ ਵਿੱਚ, ਸੰਸਾਰਕ ਸੰਬੰਧੀਆਂ ਨੂੰ, ਧੀਆਂ ਪੁੱਤਰਾਂ ਨੂੰ ਪਾਲਣ ਦੇ ਵਿੱਚ ਹੀ ਜੋ ਸਾਰੀ ਜ਼ਿੰਦਗੀ ਜੋ ਪੂਰੀ ਕਰ ਦਿੰਦਾ ਹੈ ਆਪਣੀ, ਐਸੀ ਹਾਲਤ ਹੈ ਜੀਵ ਦੀ। ਤੋ ਨਿਜ ਸਰੂਪ ਲਖੇ ਨਾ ਮਤ ਹੀਨੇ, ਮਤ ਤੋਂ ਹੀਣੇ ਨੇ ਇਹ ਜੀਵ, ਆਪਣੇ ਸਵੈ ਸਰੂਪ ਨੂੰ ਜਾਣਨ ਦਾ ਯਤਨ ਹੀ ਨਹੀਂ ਕਰਦੇ। ਜਿਵੇਂ ਭਗਤ ਫਰੀਦ ਜੀ ਨੇ ਵੀ ਬਚਨ ਕੀਤੇ ਨੇ ਕਿ ਇਹ ਜੀਵ ਦੀ ਸਾਰੀ ਜ਼ਿੰਦਗੀ ਇਸੇ ਹੀ ਤਰ੍ਹਾਂ ਜੰਜਾਲਾਂ ਦੇ ਵਿੱਚ ਲੰਘ ਚੱਲੀ ਹੈ, ਪਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ ਇਹਨੇ ਚੁਣਿਆ ਹੀ ਨਹੀਂ ਹੈ। ਕਦੇ ਵਾਸਤੇ ਵੀ ਇਹਦੇ ਹਿਰਦੇ ਦੇ ਵਿੱਚ ਵੈਰਾਗ ਨਹੀਂ ਹੁੰਦਾ। ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਬਿਰਹਾ ਜਿਹੜਾ ਹੈ ਨਾ, ਇਹ ਸੁਲਤਾਨ ਦੀ ਤਰ੍ਹਾਂ ਹੈ, ਬਾਦਸ਼ਾਹ ਹੈ ਬਿਰਹਾ। ਜੇ ਕਿਸੇ ਦੇ ਬਿਰਹਾ ਤੋਂ ਭਾਵ ਹੈ ਵੈਰਾਗ, ਜਿਸ ਦੇ ਹਿਰਦੇ ਦੇ ਵਿੱਚ ਵੈਰਾਗ ਜਾਗ ਪਿਆ ਹੈ ਨਾ, ਜੋ ਵੈਰਾਗ ਜਾਗਣ ਦੇ ਨਾਲ
ਇਹ ਪੰਜ ਭੌਤਿਕ ਸਰੀਰ ਨੂੰ ਨਾਸਵੰਤ ਸਮਝਦਾ ਹੈ। ਧਨ ਦੌਲਤ ਮਾਇਆ ਸਦਾ ਵਾਸਤੇ ਨਹੀਂ ਰਹਿਣੀ। ਇਹ ਜਗਤ ਦੇ ਜੀਵ ਸਦਾ ਵਾਸਤੇ ਨਹੀਂ ਰਹਿਣੇ। ਇਹ ਜਗਤ, ਇਹ ਸਾਰਾ ਸੰਸਾਰ ਮਿਥਿਆ ਹੈ। ਤੇ ਜਦੋਂ ਜਗਤ ਮਿਥਿਆ ਦਿਖਾਈ ਦੇਣ ਲੱਗ ਪਵੇ ਫਿਰ ਇਹ ਪ੍ਰਤੀਤ ਹੁੰਦਾ ਹੈ ਕਿ ਮੇਰੇ ਪੰਜ ਭੌਤਿਕ ਸਰੀਰ ਨੇ ਵੀ ਸਦਾ ਵਾਸਤੇ ਨਹੀਂ ਰਹਿਣਾ। ਜੇ ਸਰੀਰ ਨੇ ਸਦਾ ਵਾਸਤੇ ਨਹੀਂ ਰਹਿਣਾ ਤੇ ਫਿਰ ਸੰਸਾਰਕ ਜੰਜਾਲਾਂ ਦੇ ਵਿੱਚ ਕਿਉਂ ਫਸਣਾ ਹੈ। ਜਿਹੜੇ ਗਿਣਤੀ ਦੇ ਕੁਝ ਸਵਾਸ ਮਿਲੇ ਨੇ ਨਾ, ਇਹ ਬੰਦਗੀ ਕਰ ਕਰਕੇ, ਸੇਵਾ ਸਿਮਰਨ ਕਰ ਕਰਕੇ ਮੈਂ ਸਫਲੇ ਕਰ ਲਵਾਂ। ਫਿਰ ਜੀਵ ਦੇ ਹਿਰਦੇ ਦੇ ਵਿੱਚ ਇਹ ਭਾਵਨਾ ਉਤਪੰਨ ਹੁੰਦੀ ਹੈ। ਉਹਨੂੰ ਕਹਿੰਦੇ ਨੇ ਵੈਰਾਗ। ਜਦੋਂ ਸੰਸਾਰ ਦੇ ਸਾਰੇ ਪਦਾਰਥ, ਇਹ ਜਗਤ ਮਿਥਿਆ ਝੂਠਾ ਦਿਖਾਈ ਦੇਣ ਲੱਗ ਪਵੇ, ਜਦੋਂ ਝੂਠਾ ਦਿਖਾਈ ਦੇਣ ਲੱਗ ਪਵੇ ਜਗਤ, ਤੇ ਫਿਰ ਵੈਰਾਗ ਉਤਪੰਨ ਹੁੰਦਾ ਹੈ ਕਿ ਜਿੰਨੇ ਵੀ ਸਵਾਸ ਆਉਂਦੇ ਨੇ ਨਾ, ਇਹ ਸਵਾਸ ਕੋਈ ਬਿਰਥਾ ਨਾ ਜਾਵੇ। ਆਪਣੇ ਸਵਾਸ ਮੈਂ ਸਫਲ ਕਰ ਲਵਾਂ। ਪਿਛਲੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਵਾਸ ਐਵੇਂ ਵਿਅਰਥ ਗਵਾ ਲਏ ਨੇ। ਹੁਣ ਜਿਹੜੇ ਸਵਾਸ ਥੋੜ੍ਹੇ ਜਿਹੇ ਬਚ ਗਏ ਨੇ ਨਾ, ਇਹਨਾਂ ਨੂੰ ਨਾਮ ਜਪ ਕੇ ਬੰਦਗੀ ਕਰਕੇ ਸਫਲੇ ਕਰ ਲਵਾਂ। ਇਹ ਜੋ ਜੀਵ ਦੇ ਹਿਰਦੇ ਦੇ ਵਿੱਚ ਵੈਰਾਗ ਉਤਪੰਨ ਹੁੰਦਾ ਹੈ। ਨਿਜ ਸਰੂਪ ਲਖੇ ਨਾ ਮਤ ਹੀਨੇ। ਆਪਣੇ ਸਵੈ ਸਰੂਪ ਨੂੰ ਮਤ ਤੋਂ ਹੀਣੇ ਜੀਵ ਜਾਣਦੇ ਨਹੀਂ, ਜਾਣਨ ਦਾ ਯਤਨ ਨਹੀਂ ਕਰਦੇ। ਪਰ ਗੁਰਮੁਖ ਆਪਣੇ ਕੱਲੇ ਕੱਲੇ ਇੱਕ ਇੱਕ ਸਵਾਸ ਨੂੰ ਸਫਲਾ ਕਰ ਲੈਂਦੇ ਨੇ। ਗੁਰਮੁਖ ਨਾਮ ਜਪ ਕੇ, ਨਾਮ ਅਭਿਆਸ ਕਰਕੇ ਐਸਾ ਯਤਨ ਕਰਦੇ ਨੇ ਕਿ ਇੱਕ ਸਾਹ ਦੇ ਨਾਲ 50-50 ਵਾਰ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਨੇ। ਤੋ ਉਹਨਾਂ ਦੀ ਸੋਚ ਇਹ ਹੈ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਵਿਚਾਰ ਕਿ ਜੋ ਵੀ ਸਵਾਸ ਨਿਕਲੇ ਸਫਲਾ ਹੋ ਕੇ ਨਿਕਲੇ। ਹੌਲੀ ਹੌਲੀ ਅਭਿਆਸ ਕਰਦਿਆਂ ਹੋਇਆਂ ਪਹਿਲਾਂ ਯਤਨ ਕਰਕੇ ਜੋ ਜ਼ੁਬਾਨ ਦੇ ਨਾਲ ਨਾਮ ਜਪਦੇ ਨੇ ਪਰਮਾਤਮਾ ਦਾ, ਤੇ ਫਿਰ ਜੋ ਹੋਰ ਯਤਨ ਕਰਦਿਆਂ ਕਰਦਿਆਂ ਸਵਾਸ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਪਹਿਲਾਂ ਜੋ ਜ਼ੁਬਾਨ ਦੇ ਨਾਲ ਨਾਮ ਜਪਦੇ ਨੇ, ਕੰਠ ਦੇ ਵਿੱਚ, ਗਲੇ ਦੇ ਵਿੱਚ ਵਸ ਜਾਂਦਾ ਹੈ। ਪਰਮਾਤਮਾ ਦੇ ਨਾਮ ਦੀ ਧੁਨੀ ਹਿਰਦੇ ਦੇ ਵਿੱਚੋਂ ਉਤਪੰਨ ਹੁੰਦੀ ਹੈ। ਹੌਲੀ ਹੌਲੀ ਅਭਿਆਸ ਕਰਦਿਆਂ ਹੋਇਆਂ ਜਦੋਂ ਪੁਨः ਅਭਿਆਸ ਕਰੀਏ ਤੇ ਫਿਰ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਐਸੀ ਅਵਸਥਾ ਤੋਂ ਉਪਰੰਤ ਫਿਰ ਜਰਰੇ ਜਰਰੇ ਦੇ ਵਿੱਚੋਂ ਤੋ ਹਰੇਕ ਉੱਠ ਰਹੀ ਧੁਨੀ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਜੋ ਪੱਤੇ ਪੱਤੇ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਪੈਂਦੇ ਨੇ। ਐਸੀ ਕਿਰਪਾ ਹੁੰਦੀ ਹੈ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਉੱਪਰ। ਤੇ ਪਰ ਮਤਹੀਣੇ ਜਿਹੜੇ ਸੰਸਾਰਕ ਜੀਵ ਨੇ, ਉਹ ਆਪਣੇ ਸਵੈ ਸਰੂਪ ਨੂੰ ਜਾਣਨ ਦਾ ਯਤਨ ਹੀ ਨਹੀਂ ਕਰਦੇ। ਸਾਰੀ ਉਮਰ ਲੰਘ ਜਾਂਦੀ ਹੈ ਪਰ ਫਿਰ ਵੀ ਸੰਸਾਰਕ ਧੰਦਿਆਂ ਦੇ ਵਿੱਚ ਹੀ ਖਚਤ ਰਹਿੰਦੇ ਨੇ। ਪੂਰਬ ਪੁੰਨ ਪੰਜ ਹੋਏ ਜਬ ਹੀ। ਜਦੋਂ ਪੂਰਬਲੇ ਪੁੰਨ ਇਕੱਠੇ ਹੋਣ, ਮਿਲਹਿ ਕਿਰਪਾ ਕਰ ਸਤਿਗੁਰ ਤਬ ਹੀ। ਤਦੋਂ ਕਿਰਪਾ ਕਰਕੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਪ ਹੁੰਦਾ ਹੈ। ਨਿਜ ਸਰੂਪ ਕੋ ਦੇਹ ਦਿਖਾਈ। ਪੂਰੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਸਵੈ ਸਰੂਪ ਨੂੰ ਦਿਖਾ ਦਿੰਦੇ ਨੇ। ਭਰਮ ਕਰਮ ਤੇ ਲਹਿ ਛੁਡਾਈ। ਭਰਮਾਂ ਤੋਂ ਕਰਮਾਂ ਤੋਂ ਚੋਜੀ ਪ੍ਰੀਤਮ ਸਤਿਗੁਰੂ ਜੀ ਆਪ ਹੀ ਛੁਡਾ ਲੈਂਦੇ ਨੇ ਕਿਰਪਾ ਕਰਕੇ। ਹੰਤਾ ਤਿਆਗ ਸਰਬ ਦੁਖ ਹਰਹੀ। ਹੰਗਤਾ ਨੂੰ ਤਿਆਗ ਕੇ, ਆਪਣੇ ਹੰਕਾਰ ਨੂੰ ਛੱਡ ਕੇ ਸਾਰੇ ਹੀ ਦੁੱਖ ਨਾਸ ਕਰ ਲੈਂਦੇ ਨੇ ਗੁਰਮੁਖ ਜਾਨ ਪਰਮਾਤਮਾ ਦੇ ਪਿਆਰੇ। ਪ੍ਰਾਲ ਬੱਧ ਸੋ ਪੁੰਚਨ ਕਰਹੀ। ਤੋ ਪਰਾਲਬਧ ਦੇ ਅਨੁਸਾਰ ਜੋ ਸਾਰੇ ਦੁੱਖ ਸੁੱਖ ਭੋਗਦੇ ਨੇ। ਕਹਿਣ ਤੋਂ ਭਾਵ ਕਿ ਜੈਸੇ ਜੀਵ ਦੇ ਕਰਮ ਲਿਖੇ ਹੋਏ ਨੇ ਨਾ, ਉਸੇ ਦੇ ਅਨੁਸਾਰ ਹੀ ਜੀਵ ਦੁੱਖ ਸੁੱਖ ਭੋਗਦਾ ਹੈ। ਪਰਮਾਤਮਾ ਦੇ ਹੁਕਮ ਦੇ ਅਨੁਸਾਰ ਦੁੱਖ ਆਉਂਦਾ, ਉਹਦੇ ਹੁਕਮ ਦੇ ਅਨੁਸਾਰ ਹੀ ਸੁੱਖ ਆਉਂਦੇ ਨੇ। ਤੇ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਪਰਮਾਤਮਾ ਦੇ ਹੁਕਮ ਦੇ ਵਿੱਚ ਆਇਆ ਦੁੱਖ ਸੁੱਖ ਖੁਸ਼ੀ ਦੇ ਸਹਿਤ ਭੋਗਦੇ ਨੇ। ਕਾਹੇ ਵਸਤ ਕੀ ਕਰਹਿ ਨਾ ਆਸਾ। ਕਿਸੇ ਵੀ ਵਸਤੂ ਦੀ ਆਸਾ ਨਹੀਂ ਕਰਦੇ। ਜੋ ਪ੍ਰਾਪਤ ਹੋ ਜਾਵੇ ਅਚਿੰਤ ਮਿਲੇ ਸੋ ਪਾਏਂਦਾ। ਜੋ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਪ੍ਰਾਪਤ ਹੋਵੇ ਉਹਨੂੰ ਖੁਸ਼ੀ ਦੇ ਸਹਿਤ ਭੋਗਦੇ ਨੇ। ਤੇ ਕਿਸੇ ਵੀ ਸੁੱਖ ਦੀ ਆਸਾ ਨਹੀਂ ਕਰਦੇ, ਕਿਸੇ ਵੀ ਦਾਤ ਦੀ ਆਸਾ ਨਹੀਂ ਕਰਦੇ। ਐਸੇ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ।
ਹਿਰਦੈ ਆਨੰਦ ਸਦੀਵ ਨਿਰਾਸਾ। ਤੋ ਹਿਰਦੇ ਦੇ ਵਿੱਚ ਆਨੰਦ ਦੇ ਸਹਿਤ ਰਹਿੰਦੇ ਨੇ, ਸਦੀਵ ਵਾਸਤੇ ਸਦਾ ਵਾਸਤੇ ਨਿਰਾਸ਼ ਰਹਿੰਦੇ ਨੇ, ਆਸਾ ਤੋਂ ਨਿਰਾਸ਼ ਰਹਿੰਦੇ ਨੇ। ਆਸ ਨਿਰਾਸੀ ਤੋ ਸੰਨਿਆਸੀ, ਇਸ ਪ੍ਰਕਾਰ ਦੇ ਬਚਨ ਕੀਤੇ ਨੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕਿ ਜੋ ਜੀਵ ਜੋ ਗੁਰਮੁਖ ਭਗਤ ਆਸਾ ਤੋਂ ਨਿਰਾਸ਼ਾ ਹੋ ਗਿਆ ਹੈ ਨਾ, ਉਹਨੂੰ ਸੰਨਿਆਸੀ ਕਹਿੰਦੇ ਨੇ। ਜਿਸ ਦੇ ਹਿਰਦੇ ਦੇ ਵਿੱਚ ਆਸ ਕੋਈ ਨਹੀਂ ਰਹਿ ਗਈ, ਉਹਨੂੰ ਸੰਨਿਆਸੀ ਕਹਿੰਦੇ ਨੇ। ਯੋਂ ਸੁਨ ਪੰਡਿਤ ਬੰਦਨ ਕੀਨੀ, ਇਸ ਪ੍ਰਕਾਰ ਸੁਣ ਕੇ ਪੰਡਿਤ ਨੇ ਨਮਸਕਾਰ ਕੀਤੀ ਹੈ। ਹਿਰਦੈ ਦੁਐਤ ਮਤ ਰਹਿ ਗਈ ਭੀਨੀ, ਤੋ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ। ਪਰ ਹਿਰਦੇ ਦੇ ਵਿੱਚ ਜਿਹੜੀ ਮਤ ਹੈ ਨਾ, ਉਹ ਦਵੈਤ ਭਾਵਨਾ ਹੈ ਹਜੇ ਹਿਰਦੇ ਦੇ ਵਿੱਚ। ਉਹਦੀ ਮਤ ਦਵੈਤ ਭਾਵਨਾ ਦੇ ਵਿੱਚ ਭਿੱਜੀ ਹੀ ਰਹਿ ਗਈ ਹੈ। ਪੰਡਤ ਦੇ ਹਿਰਦੇ ਦੇ ਵਿੱਚ ਦਵੈਤ ਭਾਵਨਾ ਦੁਬਦਾ ਦੁਚਿੱਤਾਪੁਣਾ ਰਹਿ ਗਿਆ। ਫਿਰ ਵੀ ਅੰਤਰ ਜਾਮੀ ਜਾਨੀ ਉਰ ਕੀ, ਅੰਤਰਜਾਮੀ ਸਤਿਗੁਰੂ ਜੀ ਨੇ ਉਹ ਪੰਡਤ ਦੇ ਹਿਰਦੇ ਦੀ ਜਾਣ ਲਈ ਹੈ। ਅਸ ਕੋ ਤਾਬ ਸਹਿ ਸਤਿਗੁਰ ਕੀ, ਐਸਾ ਕੌਣ ਹੈ ਜੋ ਸਤਿਗੁਰੂ ਜੀ ਦੀ ਤਾਬ ਚੱਲ ਸਕੇ, ਸਤਿਗੁਰੂ ਜੀ ਦੇ ਪ੍ਰਤਾਪ ਨੂੰ ਚੱਲ ਸਕੇ। ਕਹਿਓ ਬਚਨ ਪੰਡਿਤ ਕਿਤ ਜਾਵੋ, ਪੰਡਤ ਜੀ ਕਹਿਣ ਲੱਗਾ ਕਿ ਮੈਂ ਕਿਤੇ ਜਾਣਾ ਚਾਹੁੰਦਾ ਹਾਂ। ਆਪਣੋ ਗੁਰੂ ਕਰੋ ਜਿਤ ਪਾਵੋ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਕਿ ਪੰਡਤ ਜੀ ਜਾਓ ਕਿਤੇ ਇੱਧਰਲੇ ਪਾਸੇ ਨੂੰ ਜਾਓ ਅਤੇ ਉੱਥੇ ਜਾ ਕੇ ਆਪਣਾ ਗੁਰੂ ਧਾਰਨ ਕਰ ਲਓ। ਸੁਨਹੁ ਸੰਤ ਅਬ ਕਿਹ ਠਾਂ ਜਾਈ, ਸਤਿਗੁਰੂ ਜੀ ਨੂੰ ਪੁੱਛਣ ਲੱਗਾ ਕਿ ਸੰਤ ਜੀ ਕਿਰਪਾ ਕਰਕੇ ਦੱਸੋ ਹੁਣ ਕਿੱਥੇ ਜਾਵਾਂ ਮੈਂ। ਗੁਰੂ ਕਰੋ ਤੁਮ ਦੇਹੋ ਬਤਾਈ, ਕਿਹਨੂੰ ਗੁਰੂ ਧਾਰਨ ਕਰਾਂ ਇਹ ਵੀ ਮੈਨੂੰ ਦੱਸ ਦੇਣਾ ਕਰੋ ਜੀ ਕਿਰਪਾ ਕਰਕੇ। ਸੁਨ ਪੁਨ ਬੋਲੇ ਕਿਰਪਾ ਨਿਧਾਨਾ, ਤੋ ਇਸ ਪ੍ਰਕਾਰ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਬੋਲੇ ਕਹਿਣ ਲੱਗੇ ਨੇ। ਇਤ ਦਿਸ਼ ਜਾਹੁ ਬੜੀ ਉਦਿਆਨਾ, ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਇਹ ਪੰਡਤ ਇਧਰਲੇ ਪਾਸੇ ਨੂੰ ਜਾ, ਬਹੁਤ ਵੱਡਾ ਭਾਰੀ ਜੰਗਲ ਹੈ, ਤੋ ਜੰਗਲ ਵੱਲ ਨੂੰ ਜਾਣਾ ਕਰ। ਬੈਠੇ ਸੰਤ ਚਾਰ ਤਿਹ ਥਾਈ, ਸਤਿਗੁਰੂ ਜੀ ਕਹਿਣ ਲੱਗੇ ਕਿ ਇਧਰ ਨੂੰ ਜੰਗਲ ਵੱਲ ਨੂੰ ਜਦੋਂ ਜਾਓਗੇ ਨਾ ਤੇ 4 ਸੰਤ ਬੈਠੇ ਨੇ ਜੰਗਲ ਦੇ ਵਿੱਚ। ਤਿਨ ਪੁੱਛੋ ਸੋ ਦੇਹ ਬਤਾਈ, ਉਹਨਾਂ ਪੰਡਤਾਂ ਨੂੰ ਜਾ ਕੇ ਪੁੱਛੋ ਤੇ ਉਹ ਪੰਡਤ ਤੁਹਾਨੂੰ ਦੱਸ ਦੇਣਗੇ। ਤਬ ਪੰਡਤ ਗਮਨਿਓ ਤਿਸ ਪਾਸਾ, ਤੋ ਉਸੇ ਪਾਸੇ ਨੂੰ ਹੀ ਜਿੱਧਰ ਨੂੰ ਇਸ਼ਾਰਾ ਕੀਤਾ ਸਤਿਗੁਰੂ ਜੀ ਨੂੰ, ਸਤਿਗੁਰੂ ਜੀ ਨੇ ਪੰਡਤ ਉਧਰਲੇ ਪਾਸੇ ਨੂੰ ਗਿਆ। ਦੇਖੇ ਜਾਏ ਸੰਤ ਸੁਖ ਰਾਸਾ, ਸੰਤ ਜੋ ਬੜੇ ਸੁਖ ਦੇਣ ਵਾਲੇ ਸੰਤ ਹਨ, ਬੜੇ ਸ਼ਾਂਤ ਆਤਮਾ ਵਾਲੇ, ਬੜੇ ਸੋਹਣੇ ਪ੍ਰਤਾਪ ਵਾਲੇ ਸੰਤ ਹਨ ਜਿਹੜੇ, ਉਹਨਾਂ ਦੇ ਦਰਸ਼ਨ ਕੀਤੇ ਜਾ ਕੇ ਪੰਡਤ ਨੇ। ਕਹੀ ਹਕੀਕਤ ਬੰਧਨ ਕਰਕੇ, ਨਮਸਕਾਰ ਕਰਕੇ ਅਤੇ ਆਪਣੀ ਸਾਰੀ ਹੀ ਹਕੀਕਤ ਦੱਸ ਦੇਣਾ ਕੀਤੀ। ਦੁਬਿਧਾ ਰਹਿਓ ਹਿਰਦੇ ਮਹਿ ਭਰ ਕੇ, ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਦੁਬਿਧਾ ਹੈ ਪੰਡਤ ਦੇ ਹਿਰਦੇ ਦੇ ਵਿੱਚ। ਬੋਲੇ ਸੰਤ ਜਾਣ ਤਿਹ ਹੇਤਾ, ਉਹਦੀ ਹਾਲਤ ਜਾਣ ਕੇ ਜਿਹੜੇ ਸੰਤ ਨੇ ਪੰਡਤ ਦੀ ਹਾਲਤ ਜਾਣ ਕੇ ਉਹ ਇਸ ਪ੍ਰਕਾਰ ਬਚਨ ਕਹਿਣ ਲੱਗੇ। ਤਬ ਗੁਰ ਆਗੇ ਬੀਚ ਨਿਕੇਤਾ, ਕਹਿਣ ਲੱਗੇ ਕਿ ਹੇ ਪੰਡਤ ਤੇਰਾ ਗੁਰੂ ਅੱਗੇ ਜੰਗਲ ਦੇ ਵਿੱਚ ਹੈ। ਨਿਸ ਦਿਨ ਜਾਂ ਮਹਿ ਰਹਿ ਹਿਤ ਧਾਰੀ, ਜਿਸ ਦੇ ਵਿੱਚ ਤੇਰਾ ਪ੍ਰੇਮ ਹੈ ਨਾ ਰਾਤ ਦਿਨ, ਤੂੰ ਉੱਥੇ ਹੈ ਤੇਰਾ ਗੁਰੂ, ਜਾ ਕੇ ਮਿਲਣਾ ਕਰ। ਕਰਹੁ ਗੁਰੂ ਤਿਹ ਜਾਏ ਅਗਾਰੀ, ਅੱਗੇ ਜਾ ਕੇ ਗੁਰੂ ਧਾਰਨ ਕਰ ਲੈਣਾ ਕਰ। ਸੁਨ ਪੰਡਿਤ ਆਗੈ ਜਬ ਗਇਓ, ਪੰਡਿਤ ਸੁਣ ਕੇ ਜਦੋਂ ਅੱਗੇ ਗਿਆ ਹੈ। ਇੱਕ ਮੰਦਿਰ ਤਬ ਦੇਖਤ ਪਇਓ, ਇੱਕ ਮੰਦਿਰ ਦੇਖਿਆ ਹੈ ਜਾ ਕੇ ਪੰਡਿਤ ਨੇ। ਤਿਹ ਮਹਿ ਦੇਖੀ ਸੁੰਦਰ ਨਾਰੀ, ਉਸ ਮੰਦਿਰ ਦੇ ਵਿੱਚ ਸੁੰਦਰ ਇਸਤਰੀ ਦੇਖੀ ਹੈ ਜਿਸ ਦਾ ਦੇਵੀ ਜੈਸਾ ਸਰੂਪ।
ਭੂਖਨ ਕੇਰ ਸਿੰਗਾਰ ਸਿੰਗਾਰੀ। ਬਹੁਤ ਜ਼ਿਆਦੇ ਗਹਿਣੇ ਪਹਿਨੇ ਹੋਏ ਹਨ ਆਪਣੇ ਤਨ ਦੇ ਉੱਪਰ ਉਸ ਇਸਤਰੀ ਨੇ। ਵਸਤਰ ਕਸੁੰਬੀ ਪਹਿਰੇ ਸਾਰੇ। ਸੂਹੇ ਰੰਗ ਦੇ ਵਸਤਰ ਪਹਿਨੇ ਹੋਏ ਨੇ ਆਪਣੇ ਤਨ ਦੇ ਉੱਪਰ। ਖਿਲਤ ਇਕੇਲੀ ਅਨੰਦ ਮਝਾਰੇ। ਤੋ ਇਕੱਲੀ ਹੀ ਉੱਥੇ ਖੇਲ ਰਹੀ ਹੈ ਮੰਦਰ ਦੇ ਵਿੱਚ ਉਹ ਜੋ ਸੁੰਦਰ ਇਸਤਰੀ। ਪੰਡਿਤ ਹਿਰਦੈ ਅਸ ਅਨੁਮਾਨੀ। ਪੰਡਤ ਨੇ ਹਿਰਦੇ ਦੇ ਵਿੱਚ ਐਸਾ ਅਨੁਮਾਨ ਲਾਇਆ। ਸ਼ਕਤੀਵਾਨ ਇਹ ਅਸ ਪਹਿਚਾਨੀ। ਇਹ ਜਾਣ ਲਿਆ ਕਿ ਇਹ ਜੋ ਦੇਵੀ ਹੈ ਇਹ ਸ਼ਕਤੀਵਾਨ ਹੈ, ਬਹੁਤ ਜ਼ਿਆਦੀ ਇਹਦੇ ਵਿੱਚ ਸ਼ਕਤੀ ਤਾਕਤ ਹੈ, ਕਰਾਮਾਤ ਦੇ ਸਹਿਤ ਹੈ। ਸਿਰ ਨਿਵਾਏ ਜਬ ਬੰਦਨ ਕੀਨੀ। ਜਦੋਂ ਪੰਡਤ ਨੇ ਸਿਰ ਨਿਵਾ ਕੇ ਨਮਸਕਾਰ ਕੀਤੀ ਹੈ ਉਹ ਦੇਵੀ ਨੂੰ। ਤਿਹ ਪਨਹੀ ਇਹ ਕੇਸਰ ਦੀਨੀ। ਤੋ ਪੰਡਤ ਨੇ ਜਦੋਂ ਦੇਵੀ ਨੂੰ ਨਮਸਕਾਰ ਕੀਤੀ ਉਹ ਦੇਵੀ ਨੇ ਉਹ ਇਸਤਰੀ ਨੇ ਪੰਡਤ ਦੇ ਸਿਰ ਦੇ ਵਿੱਚ ਜੁੱਤੀ ਮਾਰੀ। ਤੇ ਉੱਪਰ ਬਸ ਚਲਤ ਨਾ ਕੋ। ਤੋ ਪੰਡਤ ਦੇ ਸਿਰ ਦੇ ਵਿੱਚ ਜਦੋਂ ਟਕਾ ਟਕਾ ਕੇ ਜੁੱਤੀਆਂ ਮਾਰੀਆਂ ਉਹ ਸੁੰਦਰ ਇਸਤਰੀ ਨੇ ਤੋ ਪੰਡਤ ਦਾ ਵਸ ਕੋਈ ਵੀ ਨਾ ਚੱਲਿਆ। ਹਟਿਓ ਬਿਸਤਰਤ ਪਾਛੇ ਸੋ। ਤੋ ਪੰਡਤ ਵਿਸੂਰਦਾ ਹੋਇਆ ਝੂਰਦਾ ਹੋਇਆ ਝੂਰਦਾ ਹੋਇਆ ਪੰਡਤ ਪਿੱਛੇ ਮੁੜ ਆਇਆ ਹੈ ਜੋ ਉਸ ਇਸਤਰੀ ਦੇ ਪਾਸੋਂ ਜੁੱਤੀਆਂ ਖਾ ਕੇ। ਸੰਤਨ ਕੇ ਸਮੀਪ ਜਬ ਆਇਓ। ਜਦੋਂ ਸੰਤ ਜਨਾਂ ਦੇ ਪਾਸ ਆਇਆ ਹੈ ਪੰਡਤ। ਹੱਸੇ ਬਿਲੋਕਤ ਬਚਨ ਅਲਾਇਓ। ਸੰਤ ਜਨ ਇਹ ਪੰਡਤ ਦੀ ਹਾਲਤ ਦੇਖ ਕੇ ਤੇ ਉੱਚੀ ਆਵਾਜ਼ ਦੇ ਵਿੱਚ ਹੱਸੇ ਨੇ ਅਤੇ ਇਹ ਬਚਨ ਕਹਿਣ ਲੱਗੇ। ਕਿਉਂ ਤੂਰਨ ਤੂੰ ਮੁੜ ਕੇ ਆਵਾ। ਪੰਡਤ ਨੂੰ ਕਹਿਣ ਲੱਗੇ ਕਿ ਪੰਡਤ ਜੀ ਕਿਉਂ ਛੇਤੀ ਚੱਲ ਕੇ ਆ ਗਏ ਹੋ। ਕਿਉ ਗੁਰੂ ਕਹਿ ਤੋਹੇ ਨਾ ਪਾਵਾ। ਜਿਹੜਾ ਤੂੰ ਗੁਰੂ ਕੀਤਾ ਤੂੰ ਗੁਰੂ ਕਰਨ ਵਾਸਤੇ ਗਿਆ ਸੀ। ਪਰ ਕਹਿਣ ਤੋਂ ਭਾਵ ਕਿ ਆਪਣੇ ਗੁਰੂ ਨੂੰ ਮਿਲਣ ਵਾਸਤੇ ਗਿਆ ਸੀ, ਮਿਲਿਆ ਨਹੀਂ ਹੈ ਤੇ ਜਾਂ ਫਿਰ ਤੈਨੂੰ ਜੋ ਗੁਰੂ ਕੀਤਾ ਹੈ ਗੁਰੂ ਨੂੰ ਗੁਰੂ ਧਾਰਨ ਕੀਤਾ ਹੈ ਤੇ ਜਾਂ ਫਿਰ ਉੱਥੇ ਤੈਨੂੰ ਮਿਲਿਆ ਨਹੀਂ ਹੈ। ਪੰਡਿਤ ਲੱਜਿਤ ਬੋਲਿਓ ਬਾਨੀ। ਪੰਡਿਤ ਬਹੁਤਾ ਜ਼ਿਆਦਾ ਲੱਜਿਤ ਹੋ ਕੇ ਇਹ ਬਚਨ ਕਹਿਣ ਲੱਗਾ ਹੈ, ਸੰਤ ਜਨਾਂ ਨੂੰ ਦੱਸਣ ਲੱਗਾ। ਤੇ ਘਰ ਮਹਿ ਇੱਕ ਨਾਰ ਮਹਾਨੀ। ਉਸ ਘਰ ਦੇ ਵਿੱਚ ਇੱਕ ਬੜੀ ਸੁੰਦਰ ਇਸਤਰੀ ਹੈ। ਕਰੂਰ ਸੁਭਾਵ ਹੈ ਜਿਸ ਕੇਰਾ। ਜਿਸ ਦਾ ਸੁਭਾਅ ਬੜਾ ਕਰੂਰ ਹੈ, ਬੜਾ ਕਰੜਾ ਸੁਭਾਅ ਹੈ। ਬੇਮੁਹਤਾਜ ਮਾਨ ਕਨੇਰਾ। ਬਹੁਤ ਜ਼ਿਆਦੀ ਬੇਮੁਹਤਾਜ ਅਤੇ ਮਾਨ ਹੈ ਉਹਦੇ ਹਿਰਦੇ ਦੇ ਵਿੱਚ। ਸੁਨ ਸੰਤਨ ਪੁਨ ਬੈਨ ਅਲਾਇਓ। ਸੰਤ ਜਨਾਂ ਨੇ ਸੁਣ ਕੇ ਇਹ ਬਚਨ ਕਹੇ ਹਨ ਪੰਡਤ ਨੂੰ। ਸੋ ਗੁਰ ਤਵ ਜਿਹ ਮਨ ਲਾਇਓ। ਉਹ ਹੀ ਤੇਰਾ ਗੁਰੂ ਹੈ ਜਿਸ ਦੇ ਵਿੱਚ ਤੂੰ ਆਪਣਾ ਮਨ ਲਾਇਆ। ਉਹ ਮਾਇਆ ਹੀ ਹੈ। ਮਾਇਆ ਦੇ ਵਿੱਚ ਆਪਣੀ ਚਿੱਤ ਬਿਰਤੀ ਜੋੜੀ ਹੋਈ ਹੈ ਨਾ ਤੇ ਮਾਇਆ ਐਸੀ ਹੀ ਹਾਲਤ ਕਰਦੀ ਹੈ। ਮਾਇਆ ਬੇਇੱਜ਼ਤ ਹੀ ਕਰਦੀ ਹੈ ਜੀਵ ਨੂੰ ਜੋ ਮਾਇਆ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੇ। ਨਿਸਾ ਦਇਓਸ ਜਿਹ ਕੀ ਲਿਵ ਔਰ ਮੈਂ। ਤੋ ਮਾਇਆ ਦੀ ਹੀ ਲਿਵ ਹੈ ਤੇਰੇ ਹਿਰਦੇ ਦੇ ਵਿੱਚ ਰਾਤ ਦਿਨ। ਲਖੀਐ ਸੋ ਲਖਮੀ ਤਿਹ ਘਰ ਮੈਂ। ਉਹ ਲਖਮੀ ਉਹ ਹੀ ਜਾਣ ਲੈਣਾ ਕਰ ਆਪਣੇ ਘਰ ਦੇ ਵਿੱਚ। ਉਹ ਘਰ ਦੇ ਵਿੱਚ ਉਹ ਮੰਦਰ ਦੇ ਵਿੱਚ ਲక్ష్ਮੀ ਭਾਵ ਕੇ ਮਾਇਆ ਹੀ ਜਾਣਨਾ ਕਰ ਜਿਸ ਦੇ ਵਿੱਚ ਤੂੰ ਚਿੱਤ ਬਿਰਤੀ ਜੋੜੀ। ਜਿਹ ਕੋ ਪਾਏ ਨਹੀਂ ਤ੍ਰਿਪਤਾਨਾ। ਜਿਸ ਲక్ష్ਮੀ ਨੂੰ ਪਾ ਕੇ ਜਿਸ ਮਾਇਆ ਨੂੰ ਪ੍ਰਾਪਤ ਕਰਕੇ ਤੂੰ ਤ੍ਰਿਪਤ ਨਹੀਂ ਹੋਇਆ ਹੁਣ ਤੱਕ। ਤ੍ਰਿਸ਼ਨਾ ਅਧਿਕ ਹੈ ਅਧਿਕ ਵਧਾਨਾ। ਤੋ ਤੇਰੇ ਹਿਰਦੇ ਦੇ ਵਿੱਚ ਬਹੁਤ ਜ਼ਿਆਦੀ ਬੇਅੰਤ ਤੋਂ ਬੇਅੰਤ ਵੱਧ ਤੋਂ ਵੱਧ ਤ੍ਰਿਸ਼ਨਾ ਵੱਧਦੀ ਹੀ ਜਾਂਦੀ ਹੈ। ਸ਼੍ਰੀ ਨਾਨਕ ਗਤ ਦਾ ਕੋ ਤਿਆਗੀ। ਮੁਕਤੀ ਦਾਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਿਆਗ ਦਿੱਤਾ ਹੈ ਆਪਣੇ ਹਿਰਦੇ ਦੇ ਵਿੱਚੋਂ। ਭਰਮਤ ਫਿਰਤ ਅਪਰ ਅਨੁਰਾਗੀ। ਤੋ ਭਰਮ ਦਾ ਫਿਰਦਾ ਹੈ, ਹੋਰਾਂ ਦਾ ਪ੍ਰੇਮੀ ਹੋਇਆ ਹੈ। ਕਹਿਣ ਤੋਂ ਭਾਵ ਕਿ ਮੋਹ ਮਾਇਆ ਮਮਤਾ ਦੇ ਵਿੱਚ ਚਿੱਤ ਬਿਰਤੀ ਨੂੰ ਜੋੜਿਆ ਅਤੇ ਮਾਇਆ ਨੂੰ ਹੀ ਪ੍ਰੇਮ ਕਰਦਾ ਹੈ। ਮਾਇਆ ਦੇ ਪ੍ਰੇਮ ਨੂੰ ਜਾਂ ਹੋਰਨਾਂ ਦੇ ਪ੍ਰੇਮ ਨੂੰ ਹਿਰਦੇ ਦੇ ਵਿੱਚ ਧਾਰਨ ਕੀਤਾ। ਜਾਏ ਛਿਮਾ ਪਨ ਕੋ ਕਰਵਾਵਹੁ। ਤੋ ਕਹਿਣ ਲੱਗਾ ਕਿ ਜਾ ਕੇ ਜੋ ਮੁਆਫੀ ਮੰਗ ਲੈਣਾ ਕਰ।
ਸ਼ਰਧਾ ਧਰ ਅਡੋਲ ਮਨ ਲਾਵੋ। ਸ਼ਰਧਾ ਧਾਰਨ ਕਰਕੇ ਤੇ ਅਡੋਲ ਮਨ ਨੂੰ ਅਡੋਲ ਕਰਕੇ, ਚਿੱਤ ਬਿਰਤੀ ਅਡੋਲ ਕਰਕੇ, ਡੋਲਣ ਤੋਂ ਰਹਿਤ ਹੋ ਕੇ ਆਪਣੀ ਚਿੱਤ ਬਿਰਤੀ ਨੂੰ ਜੋੜਨਾ ਕਰ। ਕਰਹੁ ਗੁਰੂ ਗਤ ਹੋਵਹਿ ਤੇਰੀ। ਗੁਰੂ ਧਾਰਨ ਕਰ, ਤੇਰੀ ਮੁਕਤੀ ਹੋਵੇਗੀ। ਬਹੁਰ ਨ ਪਾਵਹਿ ਜਗ ਮਹਿ ਫੇਰੀ। ਤੋ ਜਦੋਂ ਗੁਰੂ ਪੂਰੇ ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰੇਗਾ ਨਾ ਤੇ ਫਿਰ ਜਗਤ ਦੇ ਵਿੱਚ ਵਾਰ-ਵਾਰ ਜੰਮਣਾ ਮਰਨਾ ਨਹੀਂ ਪਵੇਗਾ। ਜੰਮਣ ਮਰਨ ਦਾ ਫੇਰਾ ਮੁੱਕ ਜਾਵੇਗਾ ਤੇਰਾ। ਸੁਨ ਪੰਡਿਤ ਸ਼ਰਧਾ ਧਰ ਪੂਰੀ। ਤੋ ਪੰਡਿਤ ਸੁਣ ਕੇ ਹਿਰਦੇ ਦੇ ਵਿੱਚ ਸ਼ਰਧਾ ਧਾਰਨ ਕੀਤੀ ਹੈ ਪੰਡਿਤ ਨੇ। ਆਨ ਲੀਨ ਪੰਕਜ ਪਦ ਧੂਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਦੀ ਚਰਨ ਧੂੜੀ ਲਈ ਹੈ। ਔਰ ਤੇ ਸਗਰੀ ਦੁਐਤ ਵਿਸਾਰੀ। ਹਿਰਦੇ ਦੇ ਵਿੱਚੋਂ ਸਾਰੀ ਦੁਵੈਤ ਭਾਵਨਾ ਮਿਟਾ ਦੇਣਾ ਕੀਤੀ। ਪਾਹੁਲ ਲੀਨ ਭਇਓ ਅਧਿਕਾਰੀ। ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੀ ਚਰਨ ਪਹੁਲ ਲੈਣ ਦਾ ਅਧਿਕਾਰੀ ਹੋ ਗਿਆ ਹੈ ਪੰਡਿਤ। ਸ਼੍ਰੀ ਗੁਰ ਕਰ ਇਉ ਦੁਰਮਤ ਦੂਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਦੁਰਮਤ ਖੋਟੀ ਮਤ ਦੂਰ ਕਰ ਦਿੱਤੀ ਹੈ। ਦੇਤ ਭਏ ਪਦ ਪਾਹੁਲ ਰੂਰੀ। ਤੋ ਆਪਣੇ ਚਰਨਾਂ ਕਮਲਾਂ ਦੀ ਚਰਨ ਪਹੁਲ, ਸੁੰਦਰ ਚਰਨ ਪਹੁਲ ਦੇਣਾ ਕੀਤੀ ਹੈ। ਧਰਮਸ਼ਾਲਾ ਮਹਿ ਸੋ ਬੈਸਾਇਓ। ਧਰਮਸ਼ਾਲਾ ਦੇ ਵਿੱਚ ਉਹ ਪੰਡਿਤ ਨੂੰ ਬੈਠਾ ਦੇਣਾ ਕੀਤਾ ਸਤਿਗੁਰੂ ਜੀ ਨੇ। ਗੁਰਮੁਖ ਪਦਵੀ ਦੇ ਕੇ ਅਤੇ ਧਰਮਸ਼ਾਲਾ ਦੇ ਵਿੱਚ ਬੈਠਾ ਦਿੱਤਾ ਹੈ। ਭਾਵ ਕਿ ਗਿਆਨ ਕਰਵਾ ਕੇ ਗੁਰਮੁਖ ਪਦਵੀ ਉਹਨੂੰ ਦੇ ਕੇ ਅਤੇ ਸਤਿਗੁਰੂ ਜੀ ਨੇ ਧਰਮਸ਼ਾਲਾ ਦੇ ਵਿੱਚ ਬੈਠਾ ਦੇਣਾ ਕੀਤਾ। ਜਿਹੜੀ ਧਰਮਸ਼ਾਲਾ ਰਚੀ ਸੀ ਨਾ, ਉਹ ਧਰਮਸ਼ਾਲਾ ਦੇ ਵਿੱਚ ਉਪਦੇਸ਼ ਦੇਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੈਠਾ ਦਿੱਤਾ ਹੈ। ਉਹਨੂੰ ਦਿੱਤੀ ਹੈ ਗੁਰਮੁਖ ਪਦਵੀ। ਕਹਿਣ ਤੋਂ ਭਾਵ ਕਿ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਤੋ ਜਿਨ੍ਹਾਂ ਗੁਰਮੁਖਾਂ ਨੇ ਨਾਮ ਅਭਿਆਸ ਕੀਤਾ ਹੋਵੇ ਜਾਂ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋਵੇ ਤੇ ਉਹ ਮੁਖੀ ਤੌਰ ਤੇ ਸੁੰਦਰ ਅਸਥਾਨਾਂ ਦੇ ਉੱਪਰ ਸੇਵਾਵਾਂ ਨਿਭਾਉਂਦੇ ਨੇ। ਇਸੇ ਹੀ ਤਰ੍ਹਾਂ ਗੁਰਮੁਖ ਪਦਵੀ ਦੇ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਹ ਸਿੱਖ ਨੂੰ, ਉਹ ਪੰਡਿਤ ਨੂੰ ਪ੍ਰਚਾਰਕ ਥਾਪ ਦਿੱਤਾ ਹੈ ਕਿ ਸੰਗਤਾਂ ਦੇ ਵਿੱਚ ਪ੍ਰਚਾਰ ਕਰੇ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ ਇਹ ਦ੍ਰਿੜ ਕਰ ਦਿੱਤਾ ਹੈ। ਸਿੱਖੀ ਮਗ ਮਹਿ ਬਹੁ ਨਰ ਆਏ। ਸਿੱਖੀ ਰਸਤੇ ਦੇ ਵਿੱਚ, ਸਿੱਖੀ ਦੇ ਰਸਤੇ ਦੇ ਵਿੱਚ ਬਹੁਤ ਮਨੁੱਖ ਆਏ ਹਨ। ਅਨੇਕਾਂ ਹੀ ਜੀਵਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਸਿਮਰਹਿ ਸਤਿਗੁਰ ਕੋ ਲਿਵ ਲਾਏ। ਤੋ ਸਤਿਗੁਰੂ ਜੀ ਦੀ ਲਿਵ ਲਾ ਕੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਿਮਰਦੇ ਹਨ। ਕਿਤਿਕ ਦਿਵਸ ਗੁਰ ਰਾਖਿਓ ਡੇਰਾ। ਕਿੰਨੇ ਕੋ ਦਿਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਡੇਰਾ ਰੱਖਣਾ ਕੀਤਾ। ਭਾਉ ਭਗਤ ਵਿਸਤਾਰ ਕਨੇਰਾ। ਪ੍ਰੇਮਾ ਭਗਤੀ ਦਾ ਵਿਸਥਾਰ ਬਹੁਤਾ ਜ਼ਿਆਦਾ ਕੀਤਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਤਹ ਤੇ ਵਿਦਾ ਹੋਏ ਬਰਿਆਈ। ਉਥੋਂ ਵਿਦਾ ਹੋਏ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਬਦੋ ਬਦੀ ਉਹਨਾਂ ਤੋਂ ਵਿਦਾ ਹੋਏ ਨੇ। ਕਹਿਣ ਤੋਂ ਭਾਵ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਥੋਂ ਦੇ ਸਿੱਖ ਰੱਖਣਾ ਚਾਹੁੰਦੇ ਸਨ, ਪਰ ਫਿਰ ਵੀ ਸਤਿਗੁਰੂ ਜੀ ਉਹਨਾਂ ਨੂੰ ਹੌਸਲਾ ਦੇ ਕੇ ਅੱਗੇ ਨੂੰ ਚਾਲੇ ਪਾ ਦਿੱਤੇ ਨੇ ਸਤਿਗੁਰੂ ਜੀ ਨੇ। ਅਪਰ ਥਾਨ ਗਮਨੇ ਜਗ ਸਾਈ। ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਅਸਥਾਨ ਤੇ ਗਏ ਹਨ ਅੱਗੇ। ਅਨੇਕ ਨਰਨ ਕੋ ਕੀਨ ਉਧਾਰਾ। ਅਨੇਕਾਂ ਹੀ ਮਨੁੱਖਾਂ ਦਾ ਉਧਾਰ ਕਰਨਾ ਕੀਤਾ ਸਤਿਗੁਰੂ ਜੀ ਨੇ। ਗਰਬਨ ਕੋ ਜਿਨ ਗਰਬ ਨਿਵਾਰਾ। ਹੰਕਾਰੀਆਂ ਦੇ ਹੰਕਾਰ, ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਨਿਵਰਤ ਕੀਤੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਐਸੀ ਮਹਾਨ ਕਿਰਪਾ ਕੀਤੀ ਹੈ ਉਹ ਨਗਰ ਦੇ ਉੱਪਰ। ਪਹਿਲਾਂ ਨਗਰ ਦੇ ਜੀਵਾਂ ਨੂੰ ਨਿਹਾਲ ਕੀਤਾ ਤੇ ਉਸ ਤੋਂ ਉਪਰੰਤ ਉਹ ਪੰਡਿਤ ਨੂੰ ਨਿਹਾਲ ਕਰਕੇ ਪੰਡਿਤ ਨੂੰ ਗੁਰਮੁਖ ਪਦਵੀ ਦੇ ਕੇ ਪ੍ਰਚਾਰਕ ਥਾਪ ਕੇ ਅਤੇ ਗੁਰਸਿੱਖੀ ਦਾ ਪ੍ਰਚਾਰ ਉੱਥੇ ਆਰੰਭ ਕਰ ਦਿੱਤਾ ਹੈ। ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਤਿਗੁਰੂ ਜੀ ਜਿਵੇਂ ਮਹਾਨ ਕਿਰਪਾ ਕਰਕੇ ਜੋ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਣਗੇ ਉਹ ਆਪਾਂ ਸਰਵਣ ਕਰਾਂਗੇ।
ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦਾ ਇਤਿਹਾਸ ਆਪ ਅਨਤਾ ਪ੍ਰਤੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਅੱਗੇ ਸਰਵਣ ਕਰਾਂਗੇ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਮਹਾਨ ਕਿਰਪਾ ਕਰਕੇ ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ ਹੈ। ਤੋ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। अनेक नरन को कीन उधारा गर्बन को जिन